ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਪਰਮ ਸਤਿਕਾਰਯੋਗ ਤਖਤ ਚਵਰ ਛਤਰ ਦੇ ਮਾਲਕ, ਜੁਗੋ ਜੁਗ ਅਟਲ ਸਰਵਰੇ ਕਾਇਨਾਤ, ਵਾਲੀਏ ਕੁਲ ਆਲਮ, ਸਮੁੱਚੀ ਮਨੁੱਖਤਾ ਦੇ ਸਾਂਝੇ ਰਹਿਬਰ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਧਰੋ। ਦੋਵੇਂ ਹੱਥ ਜੋੜ ਕੇ ਸਤਿਗੁਰਾਂ ਦੀ ਬਖਸ਼ੀ ਗੁਰਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬ੍ਰਹਮ ਗਿਆਨੀ ਮਹਾਂਪੁਰਖ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਜਿਨ੍ਹਾਂ ਦੇ ਪਵਿੱਤਰ ਜੀਵਨ ਦੀ ਆਪਾਂ ਵਿਚਾਰ ਕਰ ਰਹੇ ਹਾਂ। ਮਹਾਂਪੁਰਖਾਂ ਦੀ ਮਹਿਮਾ, ਮਹਾਂਪੁਰਖਾਂ ਦੀ ਸੋਭਾ, ਉਹਨਾਂ ਦੇ ਜੀਵਨ ਪ੍ਰਤੀ ਸ਼ਰਧਾਮਈ ਭਾਵਨਾਮਈ ਵਿਚਾਰਾਂ ਆਪਾਂ ਸਰਵਣ ਕਰਦੇ ਆ ਰਹੇ ਹਾਂ। ਕੱਲ ਆਪ ਜੀ ਨੇ ਸੰਤ ਮਹਾਰਾਜ ਦੇ ਜੀਵਨ ਪ੍ਰਤੀ ਜੋ ਵਿਚਾਰ ਸਰਵਣ ਕੀਤੀ ਸੀ ਕਿ ਸੰਤ ਮਹਾਰਾਜ ਕਿਸ ਤਰ੍ਹਾਂ ਆਪ ਵੀ ਬੜੇ ਕਠਿਨ ਸਾਧਨ ਕਰਦੇ, ਜਪ ਤਪ ਦੇ, ਔਰ ਆਪਣੇ ਅਸਥਾਨ ਤੇ ਰਹਿਣ ਵਾਲੇ ਸਾਰੇ ਸੇਵਾਦਾਰਾਂ ਨੂੰ ਵੀ ਭਜਨ ਬੰਦਗੀ ਕਰਵਾਉਂਦੇ। ਅਨੇਕ ਅਨੇਕ ਤਰ੍ਹਾਂ ਦੇ ਕਠਿਨ ਸਾਧਨ ਕੀਤੇ ਜਾਂਦੇ। ਸਮੇਂ ਅਨੁਸਾਰ ਜਿਹੜੇ ਕੋਈ ਖਾਣ ਪੀਣ ਦੇ ਸ਼ੌਕੀਨ ਸੰਤਾਂ ਦੇ ਅਸਥਾਨ ਤੇ ਜਗਿਆਸੂ ਰੂਪ ਹੋ ਕੇ ਆ ਜਾਂਦੇ ਤੇ ਉਹ ਸੰਤਾਂ ਵੱਲੋਂ ਕੀਤੀ ਜਾਂਦੀ ਸਖਤੀ ਨੂੰ ਨਾ ਸਹਾਰਦੇ ਤੇ ਥੋੜੇ ਚਿਰ ਬਾਅਦ ਛੱਡ ਕੇ ਚਲੇ ਜਾਂਦੇ। ਮਹਾਂਪੁਰਖ ਅਨੇਕ ਤਰ੍ਹਾਂ ਦੀਆਂ ਕਸਵੱਟੀਆਂ ਸੇਵਾਦਾਰਾਂ ਦੇ ਉੱਤੇ ਸਮੇਂ-ਸਮੇਂ ਤੇ ਲਾਉਂਦੇ। ਸੰਤ ਜੀ ਮਹਾਰਾਜ ਦਾ ਜਿਹੜਾ ਸੁਭਾਅ ਸੀ, ਜੋ ਵਿਸ਼ੇਸ਼ ਗੁਣ ਮਹਾਂਪੁਰਖਾਂ ਦਾ ਹੋਇਆ ਕਰਦਾ ਹੈ, ਸਹਿਣਸ਼ੀਲਤਾ ਦਾ। ਇੱਕ ਦਿਨ ਮਹਾਂਪੁਰਖਾਂ ਦੀ ਹਜ਼ੂਰੀ ਵਿੱਚ ਕਾਫੀ ਸੰਗਤ ਇਕੱਤਰ ਹੋਈ ਬੈਠੀ ਸੀ। ਸੰਗਤਾਂ ਦੀ ਆਵਾਜਾਈ ਬਹੁਤ ਸੀ ਉਸ ਦਿਨ। ਆਉਣ ਵਾਲੀਆਂ ਸ਼ਰਧਾਲੂ ਤੇ ਪ੍ਰੇਮੀ ਸੰਗਤਾਂ ਸੰਤਾਂ ਨੂੰ ਬੜੇ ਪ੍ਰੇਮ ਤੇ ਨਿਮਰਤਾ ਦੇ ਨਾਲ ਮੱਥਾ ਟੇਕ ਟੇਕ ਕੇ ਬੜੀ ਸ਼ਾਂਤੀ ਪੂਰਵਕ ਬੈਠੀਆਂ ਜਾਂਦੀਆਂ। ਸੰਤ ਮਹਾਰਾਜ ਆਪਣੀ ਰਸਨਾ ਤੋਂ ਸ਼ੁਭ ਉਪਦੇਸ਼ ਦੇ ਕੇ ਸਾਰਿਆਂ ਦੇ ਹਿਰਦਿਆਂ ਨੂੰ ਸ਼ਾਂਤੀ ਬਖਸ਼ਦੇ। ਬੇਸ਼ੱਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਕਦੇ ਵੀ ਸੰਤ ਮਹਾਰਾਜ ਆਪਣੇ ਸਰੀਰ ਨੂੰ ਮੱਥਾ ਨਹੀਂ ਸੀ ਟੇਕਣ ਦਿੰਦੇ, ਪਰ ਜਦੋਂ ਸੰਤ ਮਹਾਰਾਜ ਦਰਬਾਰ ਤੋਂ ਬਾਹਰ ਕਿਤੇ ਵੀ ਬੈਠੇ ਹੁੰਦੇ, ਬਿਰਾਜਮਾਨ ਹੁੰਦੇ, ਤੇ ਸੰਗਤਾਂ ਮਹਾਂਪੁਰਖਾਂ ਦੇ ਸਤਿਕਾਰ ਦੇ ਵਿੱਚ ਮਹਾਂਪੁਰਖਾਂ ਨੂੰ ਨਮਸਕਾਰ ਕਰਿਆ ਕਰਦੀਆਂ। ਇਹ ਆਪੋ ਆਪਣੀ ਭਾਵਨਾ। ਰੋਜ਼ ਪੜ੍ਹਦੇ ਹਾਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ, ਕਰ ਅੰਜਲੀ ਸਾਧ ਪੁੰਨ ਵੱਡਾ ਹੈ,
ਕਰ ਡੰਡੌਤ ਪੁੰਨ ਵੱਡਾ ਹੈ। ਰੱਬ ਦੇ ਪਿਆਰਿਆਂ ਨੂੰ ਨਮਸਕਾਰ ਕਰਨ ਦਾ, ਡੰਡੌਤ ਵੰਦਨਾ ਕਰਨ ਦਾ ਬਹੁਤ ਵੱਡਾ ਮਹਾਨ ਫਲ ਹੈ। ਸਤਿਗੁਰੂ ਮਹਾਰਾਜ ਜੀਆਂ ਨੇ ਅਨੇਕਾਂ ਥਾਵਾਂ ਗੁਰਬਾਣੀ ਦੇ ਵਿੱਚ ਐਸਾ ਉਪਦੇਸ਼ ਦਿੱਤਾ ਹੈ, ਜਦੋਂ ਸੰਤ ਵਿੱਚ ਤੇ ਪ੍ਰਮਾਤਮਾ ਦੇ ਵਿੱਚ ਫਰਕ ਹੀ ਕੋਈ ਨਹੀਂ, ਤਾਂ ਫਿਰ ਨਮਸਕਾਰ ਕਰਨ ਦੇ ਵਿੱਚ ਹਰਜ ਕੀ ਹੈ। ਪਰ ਕਈ ਸ਼ੰਕਾਵਾਦੀ ਲੋਕ, ਕੱਟੜਵਾਦੀ ਲੋਕ ਆਪਣੇ ਸੁਭਾਅ ਦੇ ਅਨੁਸਾਰ ਕਈ ਤਰ੍ਹਾਂ ਦੀਆਂ ਸ਼ੰਕਾਵਾਂ ਕਰਦੇ, ਕੱਟੜਤਾ ਦਾ ਸੁਭਾਅ ਦੱਸਦੇ। ਇਹੋ ਜਿਹਾ ਇੱਕ ਬੜਾ ਸ਼ੰਕਾਵਾਦੀ ਸਿੰਘ ਮਹਾਂਪੁਰਖਾਂ ਦੇ ਕੋਲ ਆ ਗਿਆ। ਉਹਨੇ ਦੂਰ ਖੜਾ ਹੋ ਕੇ ਸੰਤਾਂ ਨੂੰ ਫਤਿਹ ਬੁਲਾਈ। ਸੰਤਾਂ ਨੇ ਵੀ ਦੋਵੇਂ ਹੱਥ ਜੋੜ ਕੇ ਫਤਿਹ ਦਾ ਜਵਾਬ ਫਤਿਹ ਵਿੱਚ ਦਿੱਤਾ। ਸੋ ਸਿੰਘ ਆਪਣੇ ਲਈ ਯੋਗ ਜਗ੍ਹਾ ਦੇਖ ਕੇ ਬੈਠ ਗਿਆ। ਕਾਫੀ ਦੇਰ ਤੱਕ ਉਹ ਬੈਠਾ ਸੰਤਾਂ ਦੇ ਬਚਨ ਸੁਣਦਾ ਰਿਹਾ। ਸੰਗਤਾਂ ਦਾ ਪ੍ਰੇਮ, ਸ਼ਰਧਾ, ਸਿਦਕ ਤੱਕਦਾ ਰਿਹਾ। ਦੇਖਦਾ ਰਿਹਾ ਵੀ ਹਰੇਕ ਜਿਹੜਾ ਮੈਂਬਰ ਆਉਂਦਾ ਹੈ, ਉਹ ਆਉਂਦਿਆਂ ਪਹਿਲਾਂ ਸੰਤਾਂ ਨੂੰ ਨਮਸਕਾਰ ਕਰਦੇ ਨੇ, ਫਿਰ ਆਪਣੀ ਜਗ੍ਹਾ ਤੇ ਬੈਠ ਜਾਂਦੇ ਹਨ। ਜਦੋਂ ਸੰਤਾਂ ਦੇ ਬਚਨਾਂ ਵਿੱਚੋਂ ਗੁਰਮਤਿ ਦੀ ਕੋਈ ਵੀ ਉਲਟ ਗੱਲ ਨਾ ਲੱਭੀ, ਤਾਂ ਕੀੜੀ ਦੀ ਬਿਰਤੀ ਨਿਆਈ, ਜਿਵੇਂ ਕੀੜੀ ਕਿੰਨੇ ਵੀ ਸੁੰਦਰ ਚੂਨੇ ਗੱਚ ਮਕਾਨ ਵਿੱਚ ਵੜ ਜਾਵੇ, ਉਹ ਉਸ ਸੁੰਦਰ ਮਕਾਨ ਦੇ ਵਿੱਚ ਵੀ ਕੋਈ ਨਾ ਕੋਈ ਦਰਾਰ ਹੀ ਲੱਭਦੀ ਹੈ, ਖੁੱਡ ਹੀ ਲੱਭਦੀ ਹੈ, ਤੇੜ ਹੀ ਲੱਭਦੀ ਹੈ। ਸੋ ਇਸੇ ਪ੍ਰਕਾਰ ਇਹ ਹੁਣ ਸ਼ੰਕਾਵਾਦੀ ਵੀ ਸੰਤਾਂ ਦੇ ਇਸ ਸਤਸੰਗ ਦੇ ਵਿੱਚ ਬਚਨਾਂ ਤੇ ਤਾਂ ਕਿੰਤੂ ਨਾ ਕਰ ਸਕਿਆ। ਸੰਤਾਂ ਦੇ ਕੋਲ ਆ ਕੇ ਕਹਿੰਦਾ, ਜੀ ਤੁਹਾਡੇ 'ਚ ਬਹੁਤ ਵੱਡੀ ਕਮੀ ਹੈ। ਹੁਣ ਦੇਖੋ, ਕਿਸੇ ਦੇ ਉੱਤੇ ਸ਼ੰਕਾ ਕਰਨਾ, ਕਿਸੇ ਨੂੰ ਮਾੜਾ ਵਚਨ ਕਹਿਣਾ ਬੜੀ ਸੌਖੀ ਗੱਲ। ਅੱਜ ਕੱਲ੍ਹ ਦੇ ਲੋਕ ਸਮੇਂ ਅਨੁਸਾਰ ਸਾਧੂਆਂ ਦੀ ਨਿੰਦਿਆ ਕਰਦੇ ਆ, ਪਰ ਆਪਣੇ ਜੀਵਨ ਵੱਲ ਨਹੀਂ ਕੋਈ ਵੀ ਦੇਖਦਾ। ਮਹਾਂਪੁਰਖਾਂ ਦਾ ਜੀਵਨ ਤਾਂ ਕੈਸਾ ਹੁੰਦਾ ਹੈ, ਉਹਨਾਂ ਨੇ ਤਾਂ ਇੱਕ ਇੱਕ ਸਵਾਸ ਗੁਰੂ ਸਾਹਿਬ ਦੇ ਹੁਕਮ ਦੇ ਵਿੱਚ ਸਫਲਾ ਕੀਤਾ ਹੁੰਦਾ ਹੈ। ਪਰ ਸ਼ੰਕਾਵਾਦੀ ਇੱਕ ਮਿੰਟ ਦੇ ਵਿੱਚ ਰੱਬ ਦੇ ਪਿਆਰਿਆਂ ਦੀ ਨਿੰਦਿਆ ਦਾ ਭਾਰ ਆਪਣੇ ਸਿਰ ਚੜਾ ਲੈਂਦੇ ਹਨ। ਹੁਣ ਇਹ ਸ਼ੰਕਾਵਾਦੀ ਜਿਹੜਾ ਸੀ, ਸੰਤਾਂ ਨੂੰ ਕਹਿੰਦਾ, ਜੀ ਤੁਹਾਡੇ 'ਚ ਬੜੀ ਕਮੀ ਹੈ, ਤੁਸੀਂ ਸੰਗਤ ਕੋਲੋਂ ਮੱਥਾ ਟਿਕਾਉਂਦੇ ਹੋ। ਸੰਤਾਂ ਨੇ ਆਪਣੇ ਸੁਭਾਅ ਅਨੁਸਾਰ ਬੜੇ ਪ੍ਰੇਮ ਤੇ ਨਿਮਰਤਾ ਨਾਲ ਆਖਿਆ, ਕਹਿੰਦੇ, ਸਿੰਘ ਜੀ, ਅਸੀਂ ਕਦੇ ਕਿਸੇ ਨੂੰ ਨਹੀਂ ਕਹਿੰਦੇ ਵੀ ਤੁਸੀਂ ਸਾਨੂੰ ਮੱਥਾ ਟੇਕੋ, ਆਪਣੇ ਆਪ ਹੀ ਸੰਗਤਾਂ ਮੱਥੇ ਟੇਕੀ ਜਾਂਦੀਆਂ। ਤੇ ਸਿੰਘ ਕਹਿਣ ਲੱਗਾ, ਜੀ ਇਹ ਕੋਈ ਸਹੀ ਜਵਾਬ ਨਾ ਹੋਇਆ। ਜੇ ਤੁਸੀਂ ਮੱਥਾ ਟੇਕਣ ਤੋਂ ਹਟਾਵੋ ਤਾਂ ਸੰਗਤਾਂ ਹਟ ਵੀ ਸਕਦੀਆਂ। ਸੰਤ ਕਹਿਣ ਲੱਗੇ, ਸਿੰਘ ਜੀ ਦੇਖੋ ਕਿੰਨੀਆਂ ਸੰਗਤਾਂ ਆਉਂਦੀਆਂ, ਸਾਰੀਆਂ ਸੰਗਤਾਂ ਨੂੰ ਅਸੀਂ ਕਹੀਏ ਵੀ ਸਾਨੂੰ ਮੱਥਾ ਨਾ ਟੇਕੋ, ਫਿਰ ਹੋਰ ਨਵੀਆਂ ਸੰਗਤਾਂ ਆਉਂਦੀਆਂ, ਉਹਨਾਂ ਨੂੰ ਵੀ ਬਾਰ-ਬਾਰ ਕਹੀਏ। ਸਿੰਘ ਜੀ ਫਿਰ ਤਾਂ ਅਸੀਂ ਇਹੀ ਡਿਊਟੀ ਕਰਨ ਜੋਗੇ ਰਹਿ ਗਏ, ਨਾਮ ਸਿਮਰਨ ਤਾਂ ਫਿਰ ਛੱਡ ਹੀ ਦਈਏ। ਸਿੰਘ ਕਹਿਣ ਲੱਗਾ, ਤੁਸੀਂ ਸਾਧ ਲੋਕ ਇਹ ਬਹਾਨੇ ਬਣਾ ਲੈਂਦੇ ਹੋ। ਫਿਰ ਸੰਤ ਕਹਿਣ ਲੱਗੇ, ਇੱਦਾਂ ਕਰੋ, ਤੁਸੀਂ ਸਾਡੇ ਕੋਲ ਬੈਠ ਜਾਓ, ਜਿਹੜਾ ਵੀ ਸਾਨੂੰ ਮੱਥਾ ਟੇਕਣ ਆਵੇ ਤੁਸੀਂ ਉਸ ਨੂੰ ਰੋਕੀ ਜਾਇਓ। ਜੇ ਤਾਂ ਤੁਹਾਡੇ ਰੋਕਣ ਤੇ ਅਸੀਂ ਗੁੱਸਾ ਕੀਤਾ, ਫਿਰ ਤਾਂ ਸਮਝਿਓ ਵੀ ਸੰਤ ਆਪ ਮੱਥਾ ਟਿਕਾਉਂਦੇ ਆ, ਤੇ ਜੇ ਤੁਹਾਡੇ ਰੋਕਣ ਤੇ ਅਸੀਂ ਤੁਹਾਨੂੰ ਨਾ ਕੋਈ ਵੀ ਗਲਤ ਬਚਨ ਕਿਹਾ, ਨਾ ਅਸੀਂ ਨਾਰਾਜ਼ ਹੋਏ, ਫਿਰ ਤਾਂ ਨਾ ਅਸੀਂ ਮੱਥਾ ਟਿਕਾਉਂਦੇ ਹੋਏ। ਹੁਣ ਉਹ ਕਹਿੰਦਾ, ਜੀ ਇਹ ਗੱਲਾਂ ਤੁਹਾਡੀਆਂ ਪਖੰਡ ਵਾਲੀਆਂ ਹਨ। ਸੰਤ ਬੜੇ ਸ਼ਾਂਤੀਪੂਰਵਕ ਸੁਭਾਅ ਨਾਲ ਕਹਿੰਦੇ, ਸਿੰਘ ਜੀ ਇਹ ਲੋਕ ਸਾਨੂੰ ਮੱਥਾ ਟੇਕਦੇ ਆ, ਤੇਰਾ ਚਿੱਤ ਨਹੀਂ ਮੰਨਦਾ,
ਤੁਸੀਂ ਇੱਦਾਂ ਕਰੋ, ਉਹ ਸੰਗਤ ਦੇ ਜੋੜੇ ਪਏ ਆ, ਤੁਸੀਂ ਇੱਕ ਜੋੜਾ ਚੱਕ ਕੇ ਲਿਆ ਕੇ ਸਾਡੇ ਸਿਰ 'ਚ ਮਾਰੋ ਜੇ ਤੁਹਾਨੂੰ ਕੋਈ ਫਾਇਦਾ ਹੋ ਜਾਵੇ। ਜੇ ਤਾਂ ਤੁਹਾਡੇ ਵੱਲੋਂ ਸਾਡੇ ਸਿਰ ਵਿੱਚ ਵੱਜੇ ਜੋੜੇ ਤੇ ਸਾਨੂੰ ਕੋਈ ਖੇਦ ਹੋਇਆ ਤਾਂ ਸਮਝ ਲੈਣਾ ਵੀ ਸੰਗਤ ਦੇ ਮੱਥਾ ਟੇਕਣ ਦੇ ਨਾਲ ਸਾਨੂੰ ਕੋਈ ਫਰਕ ਪੈ ਰਿਹਾ। ਜੇ ਤੁਹਾਡੇ ਵੱਲੋਂ ਮਾਰੇ ਹੋਏ ਜੋੜੇ ਤੇ ਸਾਨੂੰ ਕੋਈ ਖੇਦ ਨਾ ਹੋਇਆ ਤਾਂ ਫਿਰ ਸਮਝ ਲੈਣਾ ਵੀ ਸਾਨੂੰ ਚਾਹੇ ਕੋਈ ਮੱਥਾ ਟੇਕੀ ਜਾਵੇ ਚਾਹੇ ਨਾ ਟੇਕੀ ਜਾਵੇ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਸੋ ਜਦ ਇੰਨੀ ਨਿਮਰਤਾ ਦਾ ਬਚਨ ਮਹਾਂਪੁਰਖਾਂ ਨੇ ਕੀਤਾ ਤਾਂ ਇਸ ਨਿਮਰਤਾ ਦੇ ਅੱਗੇ ਉਹ ਸਿੰਘ ਖੜਾ ਨਾ ਰਹਿ ਸਕਿਆ, ਸੰਤਾਂ ਦੇ ਚਰਨ ਹੀ ਢਹਿ ਪਿਆ। ਮਹਾਂਪੁਰਖ ਕਹਿੰਦੇ, ਗੁਰਮੁਖਾ, ਜੇ ਰੇਤੇ ਦੇ ਵਿੱਚ ਖੰਡ ਖਿਲਰੀ ਹੋਵੇ, ਇੱਕ ਕੀੜੀ ਨੂੰ ਇੰਨਾ ਗਿਆਨ ਹੁੰਦਾ ਵੀ ਉਹ ਖੰਡ ਦੇ ਦਾਣੇ ਚੁਗ ਲੈਂਦੀ ਹੈ, ਤੇ ਤੂੰ ਇੱਥੇ ਸੰਗਤ ਵਿੱਚ ਆ ਕੇ ਜਿਹੜੀ ਗੱਲ ਤੈਨੂੰ ਚੰਗੀ ਲੱਗੀ ਉਹਨੂੰ ਪੱਲੇ ਬੰਨ੍ਹ ਲੈ, ਜਿਹੜੀ ਚੰਗੀ ਨਹੀਂ ਲੱਗੀ ਉਹਨੂੰ ਛੱਡ ਦੇ। ਜਿਵੇਂ ਕੀੜੀ ਰੇਤੇ ਦੇ ਕਣਾਂ ਨੂੰ ਛੱਡ ਦਿੰਦੀ ਹੈ ਤੇ ਖੰਡ ਦੇ ਜਿਹੜੇ ਕਿਣਕੇ ਹੁੰਦੇ ਉਹਨਾਂ ਨੂੰ ਚੁਗ ਲੈਂਦੀ ਹੈ। ਸੋ ਇਸ ਤਰ੍ਹਾਂ ਮਹਾਂਪੁਰਖਾਂ ਦੀ ਜਿਹੜੀ ਸਹਿਣਸ਼ੀਲਤਾ ਸੀ ਬੜੀ ਮਹਾਨ ਸੀ। ਸੰਤ ਮਹਾਰਾਜ ਚਮਕੌਰ ਸਾਹਿਬ ਹਮੇਸ਼ਾ ਹੀ ਜਾਇਆ ਕਰਦੇ, ਪੁਰਾਤਨ ਮਰਿਆਦਾ ਅਨੁਸਾਰ ਉੱਥੇ ਅਖੰਡ ਪਾਠ ਸਾਹਿਬ ਕਰਾਉਂਦੇ। 3 ਦਿਨ ਗੁਰੂ ਕਾ ਲੰਗਰ ਵੀ ਸੰਤਾਂ ਵੱਲੋਂ ਚੱਲਦਾ। 1946 ਸੰਨ ਸੀ, ਦੁਸਹਿਰੇ ਦਾ ਸਮਾਂ ਸੀ। ਸੰਤਾਂ ਨੇ ਚਮਕੌਰ ਸਾਹਿਬ ਜਾ ਕੇ ਗੜ੍ਹੀ ਸਾਹਿਬ ਗੁਰਦੁਆਰੇ ਪੁਰਾਤਨ ਮਰਿਆਦਾ ਅਨੁਸਾਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ। ਸੰਤਾਂ ਦਾ ਇੱਥੇ ਹੋਰ ਵੀ ਨਿਯਮ ਸੀ, ਜਿਸ ਵੀ ਅਸਥਾਨ ਤੇ ਜੋੜ ਮੇਲਾ ਹੁੰਦਾ, ਅਨੰਦਪੁਰ ਸਾਹਿਬ ਹੋਲਾ ਮਹੱਲਾ ਹੋਵੇ, ਦੀਵਾਲੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਹੋਣ, ਵਿਸਾਖੀ ਨੂੰ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਗਏ ਹੋਣ, ਚੇਤ ਭਾਦੋਂ ਦੀ ਮੱਸਿਆ ਤਰਨ ਤਾਰਨ ਸਾਹਿਬ, ਜਿੱਥੇ ਵੀ ਸੰਤ ਲੰਗਰ ਲਾਉਂਦੇ ਉਸ ਅਸਥਾਨ ਤੇ ਨਿਹੰਗ ਸਿੰਘਾਂ ਦੇ ਦਲ ਵੀ ਗਏ ਹੁੰਦੇ। ਉਹਨਾਂ ਦਲਾਂ ਨੂੰ ਇੱਕ ਦਿਨ ਦੀ ਰਸਦ ਵਸਤ ਸੰਤ ਜ਼ਰੂਰ ਦਿੰਦੇ। ਅੱਜ ਵੀ ਬੁੱਢੇ ਦਲ ਨੂੰ, ਤਰਨਾ ਦਲ ਨੂੰ, ਹਰੀਆਂ ਵੇਲਾਂ ਵਾਲੇ ਦਲ ਨੂੰ, ਵਿਧੀ ਚੰਦੀਏ ਦਲ, ਬਾਬਾ ਸੋਹਣ ਸਿੰਘ ਜੀ ਹੁਣਾਂ ਨੂੰ, ਸਾਰੇ ਦਲਾਂ ਨੂੰ ਸੰਤਾਂ ਨੇ ਸੱਦਿਆ, ਰਸਤਾਂ ਵਸਤਾਂ ਦੇਗਾਂ ਦਾ ਸਮਾਨ ਦਿੱਤਾ। ਤੀਸਰੇ ਦਿਨ ਅਖੰਡ ਪਾਠ ਸਾਹਿਬ ਦੀ ਸਮਾਪਤੀ ਹੋਈ। ਇੱਕ ਕੋਈ ਪ੍ਰੇਮੀ 2 ਫੁੱਲਾਂ ਦੀਆਂ ਮਾਲਾਂ ਲੈ ਕੇ ਆਇਆ। ਆ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਬੜੇ ਸਤਿਕਾਰ ਤੇ ਨਿਮਰਤਾ ਸਹਿਤ ਕੀਤੀ। ਇੱਕ ਮਾਲਾ ਉਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਭੇਟ ਕਰ ਦਿੱਤੀ। ਦੂਸਰੀ ਮਾਲਾ ਉਸ ਪ੍ਰੇਮੀ ਨੇ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਪਹਿਨਾ ਦਿੱਤੀ। ਸੰਤਾਂ ਦੇ ਗਲੇ ਵਿੱਚ ਜਿਸ ਵੇਲੇ ਮਾਲਾ ਪਾਈ ਹੋਈ, ਹੀਰਾ ਸਿੰਘ ਨਿਹੰਗ ਸਿੰਘ ਜੋ ਕਿ ਸ਼ਹੀਦ ਦੀ ਬਾਗੀਏ ਜਥੇਦਾਰ ਮੰਗਲ ਸਿੰਘ ਜੀ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਸੀ, ਉਹਨਾਂ ਨੇ ਜਦ ਦੇਖਿਆ, ਦੇਖ ਕੇ ਬਹੁਤ ਕ੍ਰੋਧਵਾਨ ਹੋ ਗਏ। ਸੰਤ ਬਾਬਾ ਜਵਾਲਾ ਸਿੰਘ ਜੀ ਨੂੰ ਮਾੜੇ ਲਫ਼ਜ਼ ਬੋਲਣ ਲੱਗੇ। ਬਹੁਤ ਭੈੜੇ ਕੋਝੇ ਸ਼ਬਦ ਸੰਤਾਂ ਦੀ ਸ਼ਾਨ ਵਿੱਚ ਕਹੇ। ਜਿਵੇਂ ਜਿਵੇਂ ਹੀਰਾ ਸਿੰਘ ਨਿਹੰਗ ਸਿੰਘ ਭੈੜੇ ਸ਼ਬਦ ਸੰਤਾਂ ਦੀ ਸ਼ਾਨ ਵਿੱਚ ਕਹੀ ਜਾਵੇ, ਸੰਤ ਮਹਾਰਾਜ ਸੁਣ ਕੇ ਹੱਸੀ ਜਾਣ। ਸੰਤਾਂ ਨੇ ਸਤਿਗੁਰੂ ਜੀ ਦੀਆਂ ਇਹ ਤੁਕਾਂ ਸਫਲੀਆਂ ਕਰ ਵਿਖਾਈਆਂ। ਨਹਿ ਨਿੰਦਿਆ ਨਹਿ ਉਸਤਤ ਜਾ ਕੈ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਨਾ ਹਿਮਾਨ ਅਪਮਾਨਾ। ਤੈਸਾ ਮਾਨ ਤੈਸਾ ਅਭਿਮਾਨ। ਮਾਣ ਵਡਿਆਈਆਂ ਨੂੰ ਕੀ ਜਾਣਦੇ, ਤੇ ਜੇ ਉਹਨਾਂ ਨੂੰ ਕੋਈ ਮਾੜਾ ਲਫ਼ਜ਼ ਬੋਲੇ ਮਹਾਂਪੁਰਸ਼, ਉਹਨੂੰ ਵੀ ਕੀ ਜਾਣਦੇ। ਹੁਣ ਦੁਸਹਿਰੇ ਦਾ ਜੋੜ ਮੇਲਾ ਸਮਾਪਤ ਹੋਇਆ। ਸੰਗਤਾਂ ਆਪੋ ਆਪਣੇ ਟਿਕਾਣੇ ਪੁੱਜ ਗਈਆਂ। ਸੰਤ ਮਹਾਰਾਜ ਚਮਕੌਰ ਸਾਹਿਬ ਤੋਂ ਅਨੰਦਪੁਰ ਸਾਹਿਬ ਆ ਗਏ। ਅਨੰਦਪੁਰ ਸਾਹਿਬ ਆ ਕੇ 1 ਹਫ਼ਤਾ ਰਹੇ। ਹੀਰਾ ਸਿੰਘ ਨਿਹੰਗ ਸਿੰਘ ਸੀ, ਜੋ ਜਿਹਨੇ ਮਹਾਂਪੁਰਖਾਂ ਨੂੰ
ਮਾੜੇ ਲਫ਼ਜ਼ ਬੋਲੇ ਸੀ। ਜਿਸ ਵੇਲੇ ਉਹ ਆਪਣੀ ਰਿਹਾਇਸ਼ਗਾਹ ਅਨੰਦਪੁਰ ਸਾਹਿਬ ਆਇਆ, ਪਰਮੇਸ਼ਰ ਦੀ ਐਸੀ ਖੇਡ ਵਰਤੀ, ਉਹਨੂੰ ਗੁਰਦੁਆਰਾ ਸਾਹਿਬ ਪੁੱਜਦਿਆਂ ਹੀ ਬਹੁਤ ਜ਼ਿਆਦਾ ਤੇਜ਼ ਬੁਖਾਰ ਹੋ ਗਿਆ। ਜਿਸ ਦਿਨ ਤੋਂ ਬੁਖਾਰ ਹੋਇਆ 105 106 ਡਿਗਰੀ ਬੁਖਾਰ ਇੱਦਾਂ ਰਿਹਾ ਕਰੇ। 6ਵੇਂ ਦਿਨ ਸੰਤਾਂ ਨੂੰ ਇੱਕ ਸਿੰਘ ਨੇ ਦੱਸਿਆ ਕਿ ਮਹਾਂਪੁਰਸ਼ੋ, ਜਿਹੜਾ ਨਿਹੰਗ ਸਿੰਘ ਹੀਰਾ ਸਿੰਘ ਤੁਹਾਨੂੰ ਬਹੁਤ ਮਾੜੇ ਚੰਗੇ ਲਫ਼ਜ਼ ਬੋਲ ਕੇ ਆਇਆ ਸੀ ਚਮਕੌਰ ਸਾਹਿਬ, 6 ਦਿਨ ਹੋ ਗਏ ਉਹਨੂੰ ਤਾਂ ਬਹੁਤ ਤੇਜ਼ ਬੁਖਾਰ ਉਤਰ ਹੀ ਨਹੀਂ ਰਿਹਾ। ਹੀਰਾ ਸਿੰਘ ਜੀ ਬੁਖਾਰ ਕਰਕੇ ਬਹੁਤ ਤੰਗ ਆ। ਮਹਾਂਪੁਰਖਾਂ ਨੇ ਜਿਸ ਵੇਲੇ ਸੁਣਿਆ, ਸੁਣਦੇ ਸਾਰ ਸੇਵਾਦਾਰਾਂ ਨੂੰ ਨਾਲ ਲਿਆ ਤੇ ਸ਼ਹੀਦਾਂ ਗੁਰਦੁਆਰੇ ਆ ਗਏ। ਜਦ ਹੀਰਾ ਸਿੰਘ ਨੂੰ ਦੇਖਿਆ ਆ ਕੇ ਤਾਂ ਉਹ ਤਾਂ ਬੇਹੋਸ਼ ਪਿਆ। ਸੰਤਾਂ ਨੇ ਸੇਵਾਦਾਰਾਂ ਨੂੰ ਕਿਹਾ ਵੀ ਸ਼ਹੀਦੀ ਸੁੱਖੇ ਦੀ ਦੇਗ ਤਿਆਰ ਕਰੋ। ਦੇਗ ਦੇ ਰਗੜੇ ਲੱਗੇ। ਨਾਲ ਮਹਾਂਪੁਰਖਾਂ ਨੇ ਕਿਹਾ ਬਾਣੀ ਦਾ ਜਾਪ ਕਰੋ। 5 ਬਾਣੀਆਂ ਪੜ੍ਹੀਆਂ ਗਈਆਂ। ਅਰਦਾਸਾ ਸੋਧ ਕੇ ਸ਼ਹੀਦੀ ਸੁੱਖੇ ਵਾਲੀ ਦੇਗ ਸ਼ਰਦਾਈ ਬਾਬਾ ਜਵਾਲਾ ਸਿੰਘ ਜੀ ਨੇ ਬਾਟਾ ਭਰ ਕੇ ਆਪ ਭਾਈ ਹੀਰਾ ਸਿੰਘ ਨੂੰ ਆਪਣੇ ਹੱਥੀਂ ਛਕਾਈ। ਜਿੱਦਾਂ ਜਿੱਦਾਂ ਹੀਰਾ ਸਿੰਘ ਸੰਤਾਂ ਦੇ ਹੱਥੋਂ ਸ਼ਰਦਾਈ ਛਕੀ ਗਿਆ, ਉਦਾਂ ਹੀ ਹੀਰਾ ਸਿੰਘ ਦਾ ਬੁਖਾਰ ਉਤਰੀ ਗਿਆ। ਸ਼ਰਦਾਈ ਦਾ ਬਾਟਾ ਸਮਾਪਤ ਹੋ ਗਿਆ ਤੇ ਹੀਰਾ ਸਿੰਘ ਦਾ ਬੁਖਾਰ ਵੀ ਬਿਲਕੁਲ ਲੱਥ ਗਿਆ। ਹੋਸ਼ ਵਿੱਚ ਆਇਆ, ਸੰਤਾਂ ਦੇ ਅੱਗੇ ਬੇਨਤੀਆਂ ਕਰਨ ਲੱਗਾ, ਮਹਾਂਪੁਰਸ਼ੋ ਮੇਰੀ ਭੁੱਲ ਮਾਫ਼ ਕਰ ਦਿਓ। ਮੈਂ ਤੇ ਤੁਹਾਡੇ ਬਾਬਤ ਬਹੁਤ ਭੈੜੇ ਲਫ਼ਜ਼ ਬੋਲੇ ਸੀ, ਪਰ ਤੁਸੀਂ ਫਿਰ ਵੀ ਮੇਰਾ ਇੰਨਾ ਖਿਆਲ ਕੀਤਾ, ਮੈਨੂੰ ਮਰਦੇ ਨੂੰ ਬਚਾਉਣ ਵਾਸਤੇ ਆ ਗਏ। ਮਹਾਂਪੁਰਖਾਂ ਨੇ ਆਪਣੇ ਸੁਭਾਅ ਮੁਤਾਬਕ ਬਹੁਤ ਪਿਆਰ ਦੇ ਨਾਲ ਆਖਿਆ, ਭਾਈ ਹੀਰਾ ਸਿੰਘ ਤੁਸੀਂ ਇਸ ਗੱਲ ਦੀ ਚਿੰਤਾ ਨਾ ਕਰੋ। ਹੁਣ ਤੁਸੀਂ ਰੋਜ਼ ਰਗੜਾ ਲਾ ਕੇ ਛਕਣਾ। ਬਦਾਮ ਰੋਗਨ ਵੀ ਮਹਾਂਪੁਰਖਾਂ ਨੇ ਦਿੱਤਾ ਵੀ ਇਹ ਵੀ ਛਕਣਾ। ਹੁਣ ਇੱਥੇ ਵਿਦਵਾਨਾਂ ਦਾ ਕਥਨ ਹੈ, ਭਲਿਆਂ ਨਾਲ ਭਲਾਈ ਕਰਨੀ ਕਹਿੰਦੇ ਸਭ ਸਿਆਣੇ, ਪਰ ਬੁਰਿਆਂ ਨਾਲ ਭਲਾਈ ਕਰਨੀ ਇਹ ਗੁਰੂ ਨਾਨਕ ਜਾਣੇ। ਸਾਨੂੰ ਤਾਂ ਕਿਸੇ ਨੇ ਮਾੜਾ ਜਿਹਾ ਗਲਤ ਲਫ਼ਜ਼ ਬੋਲਿਆ ਹੋਵੇ, ਆਪਾਂ ਤਾਂ ਕਹਿੰਦੇ ਵੀ ਅਸੀਂ ਸਾਰੀ ਜ਼ਿੰਦਗੀ ਦੇ ਮੱਥੇ ਨਾ ਲੱਗੀਏ, ਪਰ ਮਹਾਂਪੁਰਸ਼ਾਂ ਦੇ ਹਿਰਦੇ ਵਿੱਚ ਇਹ ਗੱਲਾਂ ਨਹੀਂ ਹੁੰਦੀਆਂ। ਬ੍ਰਹਮ ਗਿਆਨੀਆਂ ਦੀ ਅਵਸਥਾ ਬੜੀ ਮਹਾਨ ਹੁੰਦੀ ਹੈ। ਇੱਕ ਸਮੇਂ ਡੇਰੇ ਸੰਤ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਲੇ ਅਤੇ ਸੰਤਾਂ ਦੇ ਗੁਰਭਾਈ ਬਾਬਾ ਤਰਲੋਕ ਸਿੰਘ ਜੀ ਖਵਾਜਾ ਖੜਕ ਵਾਲੇ, ਸੰਤ ਬਾਬਾ ਬਿਸ਼ਨ ਸਿੰਘ ਜੀ ਨੰਗਲ ਖੁਰਦ ਵਾਲੇ, ਸੰਤ ਪ੍ਰਦੁਮਨ ਸਿੰਘ ਜੀ ਪੱਟੀ ਵਾਲੇ, ਸੰਤ ਦਲੀਪ ਸਿੰਘ ਜੀ ਸੂਨੀ ਵਾਲੇ ਔਰ ਬਾਬਾ ਗੁੱਜਰ ਸਿੰਘ ਆਦਿਕ ਕਈ ਮਹਾਂਪੁਰਸ਼ ਦਰਸ਼ਨੀਕ ਸਤਿਗ੍ਰਸਤੀ ਸ਼ਰਧਾਲੂ ਸਿੱਧਕੀ ਬਹੁਤ ਆਏ ਹੋਏ। ਗੁਰਦੁਆਰੇ ਵਿਖੇ ਗੁਰਮਤਿ ਦੀ ਮਰਜ਼ਾਦਾ ਅਨੁਸਾਰ ਅੰਮ੍ਰਿਤ ਵੇਲੇ ਕੀਰਤਨ ਕਥਾ ਹਮੇਸ਼ਾ ਦੀ ਤਰ੍ਹਾਂ ਜਾਰੀ ਸੀ। ਇਸ ਮਰਜ਼ਾਦਾ ਦੇ ਪ੍ਰਵਾਹ ਅਨੁਸਾਰ ਇੱਕ ਦਿਨ ਅੰਮ੍ਰਿਤ ਵੇਲੇ ਗੌੜੀ ਰਾਗ ਦੇ ਅੰਦਰ ਜੋ ਸੁਖਮਨੀ ਸਾਹਿਬ ਦੀ ਬਾਣੀ ਦਰਜ ਹੈ, ਇਸ ਦੀ ਕਥਾ ਹੋ ਰਹੀ ਸੀ। ਬਾਬਾ ਜੋਧ ਸਿੰਘ ਜੀ ਕਥਾ ਕਰ ਰਹੇ ਸੀ। ਸੰਤ ਮਹਾਰਾਜ ਜੀ ਅਤੇ ਸਾਰੇ ਸਾਧੂ ਦਰਸ਼ਨੀਕ ਸੰਗਤਾਂ ਨੇਮੀ ਪ੍ਰੇਮੀ ਸਾਰੇ ਬੈਠ ਕੇ ਕਥਾ ਸੁਣ ਰਹੇ ਸੀ ਸਰੋਤੇ ਬਣ ਕੇ। ਸੁਖਮਨੀ ਸਾਹਿਬ ਦੀ 8ਵੀਂ ਅਸ਼ਟਪਦੀ, ਜਿਸ ਦੇ ਵਿੱਚ ਬ੍ਰਹਮ ਗਿਆਨੀ ਦੇ ਲੱਛਣ ਗੁਣ ਤੇ ਜੋ ਬ੍ਰਹਮ ਗਿਆਨੀ ਨੂੰ ਬ੍ਰਹਮ ਗਿਆਨ ਦੇ ਪ੍ਰਾਪਤੀ ਦੇ ਨਾਲ ਜੋ ਸਰੂਪ ਬਣਦਾ ਹੈ, ਉਹਦੇ ਦ੍ਰਿਸ਼ਟਾਂਤ ਪ੍ਰਮਾਣ ਬਾਬਾ ਜੋਧ ਸਿੰਘ ਜੀ ਕਥਾ ਦੁਆਰਾ ਬੜੇ ਢੁਕਵੇਂ ਲਫ਼ਜ਼ਾਂ ਦੇ ਨਾਲ ਸੁਣਾ ਰਹੇ। ਜਿਸ ਵੇਲੇ ਕਥਾ ਦੀ ਸਮਾਪਤੀ ਹੋਈ ਤਾਂ ਇੱਕਦਮ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਸੇਵਾਦਾਰ, ਘੋੜਿਆਂ ਦੀ ਸੰਭਾਲ ਕਰਨ ਵਾਲੇ ਸੰਤ ਗੁਰਬਚਨ ਸਿੰਘ ਜੀ ਸੰਗਤ ਦੇ ਵਿੱਚੇ ਉੱਠ ਕੇ ਖੜ ਗਏ
ਤੇ ਸੰਤ ਬਾਬਾ ਜਵਾਲਾ ਸਿੰਘ ਜੀ ਦੀ ਸ਼ਾਨ ਦੇ ਖਿਲਾਫ ਬਹੁਤ ਭੈੜੇ ਲਫ਼ਜ਼ ਬੋਲਣੇ ਸ਼ੁਰੂ ਕਰ ਦਿੱਤੇ। ਐਸੇ ਐਸੇ ਲਫ਼ਜ਼ ਵੀ ਜੋ ਕਿ ਸਾਡੇ ਲਈ ਕਹਿਣੇ ਬੜੇ ਔਖੇ ਹਨ। ਮਹਾਂਪੁਰਖਾਂ ਦੇ ਪ੍ਰਤੀ ਬਹੁਤ ਫਿੱਕੇ ਲਫ਼ਜ਼ ਬੋਲੇ। ਸੰਤ ਮਹਾਰਾਜ ਦਾ ਨਾਮ ਵੀ ਬੜੇ ਕੋਝੇ ਤਰੀਕੇ ਨਾਲ ਸੰਤ ਗੁਰਬਚਨ ਸਿੰਘ ਹੁਣੀ ਲਿਆ। ਸੰਤ ਮਹਾਰਾਜ ਗੁਰਬਚਨ ਸਿੰਘ ਦੇ ਕੋਲੋਂ ਇਹ ਸਾਰੇ ਕੌੜੇ ਫਿੱਕੇ ਬੋਲ ਸੁਣ ਕੇ ਆਪਣੇ ਸੁਭਾਅ ਅਨੁਸਾਰ ਹੱਸੀ ਜਾਂਦੇ। ਸੰਤਾਂ ਦੇ ਗੁਰਭਾਈਆਂ ਤੇ ਹੋਰ ਆਏ ਸਾਰੇ ਸਾਧੂਆਂ ਨੂੰ, ਸੰਗਤ ਨੂੰ ਬੜਾ ਗੁੱਸਾ ਆਇਆ। ਸੰਤ ਮਹਾਰਾਜ ਜੀ ਬੜੇ ਪ੍ਰਫੁੱਲਤ ਚਿਹਰੇ ਦੇ ਨਾਲ ਆਪਣੀ ਕੁਟੀਆ ਵੱਲ ਨੂੰ ਚਲੇ ਗਏ। ਫਿਰ ਸੰਤਾਂ ਦੀ ਕੁਟੀਆ ਦੇ ਵਿੱਚ ਵੀ ਸੰਤਾਂ ਦੇ ਗੁਰਭਾਈ ਸਾਧੂਆਂ ਦਾ ਇਕੱਠ ਵੱਜ ਗਿਆ। ਲੱਗੇ ਸਾਰੇ ਆਪੋ ਆਪਣੇ ਅਨੁਸਾਰ ਭਾਂਤ ਭਾਂਤ ਦੀਆਂ ਗੱਲਾਂ ਕਰਨ। ਕੋਈ ਕਹੇ ਇਸ ਗੁਰਬਚਨ ਸਿੰਘ ਨੂੰ ਡੇਰੇ ਨਹੀਂ ਰਹਿਣ ਦੇਣਾ ਚਾਹੀਦਾ, ਕੋਈ ਕਹੇ ਇਹਦਾ ਦਵਲ ਕੇ ਕਟਾਪਾ ਹੋਣਾ ਚਾਹੀਦਾ, ਕੋਈ ਕਹੇ ਇਹਨੂੰ ਸਜ਼ਾ ਦੇਣੀ ਚਾਹੀਦੀ ਆ। ਬਾਬਾ ਤਰਲੋਕ ਸਿੰਘ ਖਵਾਜਾ ਖੜਕ ਵਾਲੇ ਕਹਿੰਦੇ ਸੰਤਾਂ ਨੂੰ, ਮਹਾਰਾਜ ਜ਼ਰੂਰ ਇਹਨੂੰ ਕੋਈ ਨਾ ਕੋਈ ਸਜ਼ਾ ਦਿਓ, ਬਲਕਿ ਇਹਨੂੰ ਤਾਂ ਡੇਰੇ 'ਚ ਰਹਿਣ ਦਾ ਹੱਕ ਨਹੀਂ ਹੈ, ਤੁਹਾਡੇ ਬਾਬਤੇ ਨੇ ਇਹੋ ਜਿਹੇ ਲਫ਼ਜ਼ ਬੋਲੇ। ਸੰਤ ਮਹਾਰਾਜ ਸੁਣੀ ਗਏ। ਅਖੀਰ ਸੰਤ ਬਾਬਾ ਜਵਾਲਾ ਸਿੰਘ ਜੀ ਕਹਿੰਦੇ ਬਾਬਾ ਜੀ ਇਹਨਾਂ ਨੂੰ ਡੇਰੇ ਕਿਉਂ ਨਹੀਂ ਰਹਿਣ ਦੇਣਾ ਚਾਹੀਦਾ? ਬਾਬਾ ਤਰਲੋਕ ਸਿੰਘ ਜੀ ਕਹਿੰਦੇ ਬਈ ਭਰੀ ਸੰਗਤ ਦੇ ਵਿੱਚ ਤੁਹਾਡੀ ਸ਼ਾਨ ਦੇ ਖਿਲਾਫ ਇਹੋ ਜਿਹੇ ਬਚਨ ਕਹੇ, ਇਹਨਾਂ ਸ਼ਬਦਾਂ ਨਾਲ ਤੁਹਾਡਾ ਨਰਾਦਰ ਕੀਤਾ, ਸਤਿਕਾਰ ਘਟਾਇਆ ਇਹਨੇ। ਮਹਾਰਾਜ ਹੱਸ ਕੇ ਕਹਿੰਦੇ ਇਹ ਕੌਣ ਸੀ ਜਿਹਨੇ ਆਪਣੇ ਬੋਲਾਂ ਦੁਆਰਾ ਸਾਡੀ ਨਰਾਦਰੀ ਕੀਤੀ? ਕਹਿੰਦੇ ਜੀ ਇਹ ਤੁਹਾਡਾ ਸੇਵਕ ਸੀ, ਤੁਹਾਡੇ ਕੋਲੋਂ ਪਰਮਾਰਥ ਦੀ ਸਿੱਧੀ ਦਾ ਉਪਦੇਸ਼ ਲੈਣ ਆਇਆ ਹੋਇਆ। ਸੰਤ ਮਹਾਰਾਜ ਕਹਿੰਦੇ ਫਿਰ ਜਰਾ ਆਪਣੀ ਬੁੱਧੀ ਦੇ ਨਾਲ ਵਿਚਾਰ ਤਾਂ ਕਰੋ ਵੀ ਹੋਵੇ ਸਾਡਾ ਜਗਿਆਸੂ ਸੇਵਾਦਾਰ ਸਾਡੇ ਕੋਲੋਂ ਉਪਦੇਸ਼ ਲੈਣ ਵਾਸਤੇ ਆਇਆ ਹੋਵੇ ਤੇ ਉਹ ਸਾਡੀ ਸ਼ਾਨ ਦੇ ਖਿਲਾਫ ਕੋਝੇ ਬਚਨ ਕਹੇ, ਇਹ ਕਦੇ ਹੋ ਸਕਦਾ? ਇਹ ਦੋ ਗੱਲਾਂ ਆਪਸ ਵਿੱਚ ਮਿਲਦੀਆਂ। ਅਧਿਕਾਰੀ ਨੂੰ ਕੋਝੇ ਬਚਨ ਕਹਿਣੇ, ਅਜੇ ਮਹਾਂਪੁਰਖ ਆਪਣੇ ਸੇਵਕਾਂ ਨੂੰ ਕੌੜਾ ਬੋਲ ਦੇਣ ਠੀਕ ਹੈ, ਪਰ ਸੇਵਕ ਤਾਂ ਨਹੀਂ ਬੋਲ ਸਕਦਾ। ਬਾਬਾ ਤਰਲੋਕ ਸਿੰਘ ਖਵਾਜਾ ਖੜਕ ਵਾਲੇ ਕਹਿੰਦੇ ਮਹਾਰਾਜ ਫਿਰ ਇਹ ਕੀ ਖੇਲ ਬਣਿਆ? ਉਹਨੇ ਤਾਂ ਭਰੀ ਸੰਗਤ ਦੇ ਵਿੱਚ ਤੁਹਾਡੇ ਖਿਲਾਫ ਇਹੋ ਜਿਹੇ ਬੋਲ ਬੋਲੇ, ਸਾਨੂੰ ਤਾਂ ਸੁਣੇ ਨਹੀਂ ਗਏ। ਮਹਾਂਪੁਰਸ਼ ਕਹਿੰਦੇ ਸੰਤ ਜੀ ਬਸ ਇਹ ਅਵਸਥਾ ਦੀ ਅੱਜ ਪਰਖ ਮਹਾਰਾਜ ਕਰ ਰਹੇ ਸੀ, ਦੇਖ ਰਹੇ ਸੀ ਵੀ ਇਹ ਬ੍ਰਹਮ ਗਿਆਨੀ ਦੀ ਅਸ਼ਟਪਦੀ ਦੀ ਇਹਨਾਂ ਨੇ ਕਥਾ ਤਾਂ ਸੁਣ ਲਈ ਤੇ ਜਵਾਲਾ ਸਿੰਘ ਨੂੰ ਬ੍ਰਹਮ ਗਿਆਨੀ ਕਹਿੰਦੇ ਨੇ ਇਹ ਸਾਰੇ, ਦੇਖੀਏ ਤਾਂ ਸਹੀ ਪਰਖ ਕਰਕੇ ਵੀ ਬ੍ਰਹਮ ਗਿਆਨ ਦਾ ਕਿਣਕਾ ਅੰਦਰ ਹੈ ਵੀ ਕਿ ਨਹੀਂ। ਕਿੱਡੀ ਵੱਡੀ ਇਹ ਮਹਾਂਪੁਰਖਾਂ ਦੀ ਵਡਿਆਈ ਹੈ। ਸੇਵਾਦਾਰ ਜਗਿਆਸੂ ਸੰਤਾਂ ਦਾ ਸੇਵਕ ਭਰੀ ਸੰਗਤ ਦੇ ਵਿੱਚ ਸੰਤਾਂ ਨੂੰ ਮਾੜੇ ਲਫ਼ਜ਼ ਬੋਲ ਜਾਵੇ, ਫਿਰ ਵੀ ਸੰਤ ਕਹਿਣ ਵੀ ਇਹ ਤਾਂ ਕੁਛ ਵੀ ਨਹੀਂ ਹੋਇਆ। ਉਸੇ ਤਰ੍ਹਾਂ ਖਿੜੇ ਮੱਥੇ, ਇਹ ਬ੍ਰਹਮ ਗਿਆਨੀਆਂ ਦੀ ਨਿਸ਼ਾਨੀ ਹੈ। ਬ੍ਰਹਮ ਗਿਆਨੀ ਜੋ ਕਿ 8ਵੀਂ ਅਸ਼ਟਪਦੀ ਦੇ ਵਿੱਚ ਮਹਾਰਾਜ ਨੇ ਕਿਤਨੇ ਬਚਨ ਬ੍ਰਹਮ ਗਿਆਨੀਆਂ ਦੀ ਵਡਿਆਈ ਦੇ ਕੀਤੇ ਆ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕਉ ਸੋਖ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ। ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉ ਵਸੁਦਾ ਕੋਊ ਖੋਦੈ ਕੋਊ ਚੰਦਨ ਲੇਪ। ਧਰਤੀ ਨੂੰ ਕੋਈ ਚਾਹੇ ਕਹੀ ਲੈ ਕੇ ਪੱਟਣ ਆ ਜਾਵੇ, ਧਰਤੀ ਉਹਨੂੰ ਮਾੜਾ ਨਹੀਂ ਕਹਿੰਦੀ। ਧਰਤੀ ਨੂੰ ਕੋਈ ਚੰਦਨ ਦਾ ਲੇਪ ਕਰ ਲੱਗ ਪਵੇ, ਧਰਤੀ ਉਹਨੂੰ ਚੰਗਾ ਨਹੀਂ ਕਹਿੰਦੀ। ਬ੍ਰਹਮ ਗਿਆਨੀ ਵਿੱਚ ਵੀ ਐਸਾ ਧੀਰਜ ਹੁੰਦਾ ਹੈ। ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉ ਵਸੁਦਾ ਕੋਊ ਖੋਦੈ ਕੋਊ ਵਸੁਦਾ ਕਹਿੰਦੇ ਧਰਤੀ ਨੂੰ। ਕੋਈ ਖੋਦਦਾ ਭਾਵ ਪੱਟਦਾ ਹੈ, ਕੋਈ ਚੰਦਨ ਲੇਪ ਕੋਈ ਚੰਦਨ ਦਾ ਲੇਪਨ ਕਰਦਾ ਹੈ। ਪਰ ਧਰਤੀ ਦੋਹਾਂ ਹਾਲਾਤਾਂ ਦੇ ਵਿੱਚ
ਕਿਸੇ ਨੂੰ ਭਲਾ ਨਹੀਂ ਕਹਿੰਦੀ ਤੇ ਕਿਸੇ ਨੂੰ ਬੁਰਾ ਨਹੀਂ ਕਹਿੰਦੀ। ਸੋ ਇਸ ਪ੍ਰਕਾਰ ਮਹਾਂਪੁਰਖ ਕਹਿੰਦੇ ਇਹ ਤਾਂ ਗੁਰੂ ਸਾਹਿਬ ਨੇ ਅੱਜ ਗੁਰਬਚਨ ਸਿੰਘ ਦੇ ਰਾਹੀਂ ਇਹ ਸਾਰੇ ਬੋਲ ਕਢਾ ਕੇ ਸਾਡਾ ਅੰਦਰ ਪਰਖਿਆ ਹੈ ਵੀ ਕੋਈ ਬ੍ਰਹਮ ਗਿਆਨ ਦਾ ਕਿਣਕਾ ਅੰਦਰ ਟਿਕਿਆ ਵੀ ਹੈ ਜਾਂ ਐਵੇਂ ਲੋਕਾਂ ਕੋਲ ਮੱਥੇ ਟਿਕਾਈ ਜਾਂਦਾ। ਇਹ ਪਰਖ ਕੀਤੀ ਮਹਾਰਾਜ ਨੇ। ਸੋ ਇੱਕ ਪ੍ਰੇਮੀ ਮਹਾਂਪੁਰਖਾਂ ਦੇ ਕੋਲ ਆ ਗਿਆ, ਕਹਿਣ ਲੱਗਾ, ਸੰਤ ਜੀ ਮੈਂ ਤੁਹਾਡੀ ਸੋਭਾ ਬੜੀ ਸੁਣੀ, ਵਡਿਆਈ ਬੜੀ ਸੁਣੀ, ਪਰ ਮੈਂ ਇੱਥੇ ਆ ਕੇ ਦੇਖਿਆ ਵੀ ਜਿੱਦਾਂ ਅਸੀਂ ਗ੍ਰਸਤੀ ਲੋਕ ਆਪਣੇ ਰਹਿਣ ਲਈ ਘਰ-ਬਾਰ ਬਣਾਉਂਦੇ ਆ, ਤੁਸੀਂ ਵੀ ਆਪਣੇ ਲਈ ਸੋਹਣਾ ਡੇਰਾ ਬਣਾ ਲਿਆ। ਅਸੀਂ ਆਪਣੇ ਲੋੜ ਅਨੁਸਾਰ ਡੰਗਰ ਪਸ਼ੂ ਰੱਖਦੇ ਆ, ਤੁਸੀਂ ਵੀ ਡੰਗਰ ਪਸ਼ੂ ਰੱਖੇ ਹੋਏ ਆ। ਅਸੀਂ ਖੇਤੀਬਾੜੀ ਕਰਦੇ ਆ, ਤੁਸੀਂ ਵੀ ਖੇਤੀਬਾੜੀ ਕਰ ਰਹੇ ਹੋ ਆਪਣਿਆਂ ਸੇਵਕਾਂ ਦੇ ਕੋਲੋਂ। ਸਾਡੇ ਧੀਆਂ ਪੁੱਤਰ ਹਨ, ਤੁਹਾਡੇ ਸੇਵਾਦਾਰ ਹਨ। ਤੇ ਮਹਾਂਪੁਰਖੋ ਮੈਨੂੰ ਇਹ ਦੱਸੋ ਬਈ ਤੁਹਾਡੇ ਵਿੱਚ ਤੇ ਸਾਡੇ 'ਚ ਫਿਰ ਫਰਕ ਕੀ ਹੋਇਆ? ਸੰਤ ਮਹਾਰਾਜ ਕਹਿੰਦੇ ਫਰਕ ਤਾਂ ਤੈਨੂੰ ਸਮਝਾ ਸਕਦੇ ਆ। ਉਸ ਵੇਲੇ ਸੰਤ ਨਗੀਨਾ ਸਿੰਘ ਜੀ ਕੋਲ ਬੈਠੇ ਸੀ ਤੇ ਸੰਤ ਬਾਬਾ ਨਗੀਨਾ ਸਿੰਘ ਜੀ ਨੂੰ ਸੰਤ ਬਾਬਾ ਜਵਾਲਾ ਸਿੰਘ ਜੀ ਕਹਿੰਦੇ, ਸੰਤ ਜੀ ਇਸ ਸਰਦਾਰ ਨੂੰ ਫਰਕ ਸਮਝਾਓ, ਕੀ ਫਰਕ ਹੈ? ਤਾਂ ਸੰਤ ਨਗੀਨਾ ਸਿੰਘ ਜੀ ਕਹਿੰਦੇ, ਸਰਦਾਰ ਜੀ ਆਓ, ਤੁਹਾਡੇ ਵਰਗੇ ਗ੍ਰਸਤੀਆਂ ਵਿੱਚ ਤੇ ਸਾਡੇ 'ਚ ਕੀ ਫਰਕ ਹੈ, ਆਓ ਤੁਹਾਨੂੰ ਦੱਸੀਏ। ਸਰਦਾਰ ਕਹਿੰਦਾ, ਹਾਂ ਜੀ ਤੁਸੀਂ ਵੀ ਸਾਡੇ ਵਰਗੇ ਗ੍ਰਸਤੀ ਹੀ ਹੋ, ਸਿਰਫ ਸ਼ਾਦੀਆਂ ਹੀ ਨਹੀਂ ਕਰਾਈਆਂ ਹੋਈਆਂ, ਬਾਕੀ ਤਾਂ ਸਾਰਾ ਕੁਝ ਉਸੇ ਤਰ੍ਹਾਂ ਹੀ ਹੈ। ਮਹਾਂਪੁਰਖ ਬਾਬਾ ਨਗੀਨਾ ਸਿੰਘ ਕਹਿੰਦੇ, ਅੱਛਾ ਚਲੋ ਤੁਸੀਂ ਵੀ ਅਰਦਾਸ ਕਰਦੇ ਹੋ? ਕਹਿੰਦੇ ਹਾਂ। ਕਹਿੰਦੇ ਅਸੀਂ ਵੀ ਕਰੀ ਦੀ ਹੈ, ਆਓ ਅੱਜ ਆਪਾਂ ਦੋਏ ਜਣੇ ਅਰਦਾਸ ਕਰਦੇ ਹਾਂ। ਕਹਿੰਦੇ ਚਲੋ। ਕਹਿੰਦੇ ਇੱਦਾਂ ਕਰਨੀ, ਜਿਸ ਤਰ੍ਹਾਂ ਮੈਂ ਕਹਾਂ ਮੇਰੇ ਮਗਰ ਮਗਰ ਉਹੀ ਗੱਲ ਤੁਸੀਂ ਕਹੀ ਜਾਇਓ। ਕਹਿੰਦੇ ਸਤ ਬਚਨ ਜੀ। ਸੰਤ ਨਗੀਨਾ ਸਿੰਘ ਜੀ ਕਹਿੰਦੇ, ਐ ਕਲਗੀਧਰ ਮਹਾਰਾਜ ਮਾਇਆ ਦੇ ਖੁੱਲੇ ਗੱਫੇ ਬਖਸ਼ਦੇ ਰਹੋ। ਸਰਦਾਰ ਨੇ ਵੀ ਇਹੀ ਗੱਲ ਦੁਹਰਾਤੀ। ਸੰਤ ਨਗੀਨਾ ਸਿੰਘ ਕਹਿੰਦੇ, ਐ ਸਤਿਗੁਰੂ ਧੀਆਂ ਪੁੱਤਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ, ਸੰਗਤ ਨੂੰ ਸਦਾ ਚੜ੍ਹਦੀ ਕਲਾ ਬਖਸ਼ਿਓ। ਸਰਦਾਰ ਨੇ ਵੀ ਕਹਿਤਾ ਵੀ ਮੇਰੇ ਪਰਿਵਾਰ ਦੀ ਰਿਸ਼ਤੇਦਾਰਾਂ ਦੀ ਚੜ੍ਹਦੀ ਕਲਾ ਰੱਖਿਓ। ਸੰਤ ਨਗੀਨਾ ਸਿੰਘ ਕਹਿੰਦੇ, ਐ ਸਤਿਗੁਰੂ ਮੱਝਾਂ ਗਊਆਂ ਪਸ਼ੂ ਮਾਲ ਮਨੁੱਖ ਤੇ ਸੁਖ ਵਰਤਾਇਓ। ਸਰਦਾਰ ਨੇ ਵੀ ਕਹਿਤੀ ਗੱਲ ਇਹ। ਸੰਤ ਨਗੀਨਾ ਸਿੰਘ ਕਹਿੰਦੇ, ਐ ਸਤਿਗੁਰੂ ਕਲਗੀਆਂ ਵਾਲੇ ਆਪਣਿਆਂ ਸੇਵਕਾਂ ਨੂੰ ਕਾਰਾਂ ਮੋਟਰਾਂ ਹਵਾਈ ਜਹਾਜ਼ਾਂ ਦੇ ਸਫ਼ਰ ਬਖਸ਼ਿਓ। ਸਰਦਾਰ ਨੇ ਵੀ ਇਹ ਗੱਲ ਕਹਿਤੀ। ਹੁਣ ਇਹ ਚੀਜ਼ਾਂ ਕਿਹਨੂੰ ਮਾੜੀਆਂ ਲੱਗਦੀਆਂ ਜੀ? ਤਾਂ ਸੰਤ ਨਗੀਨਾ ਸਿੰਘ ਕਹਿੰਦੇ, ਐ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮੇਰੀ ਹੱਥ ਜੋੜ ਕੇ ਬੇਨਤੀ ਹੈ, ਜੋ ਕੁਛ ਤੁਸੀਂ ਸਾਨੂੰ ਬਖਸ਼ਿਆ ਹੈ ਇਹ ਸਾਰਾ ਕੁਝ ਨਸ਼ਟ ਕਰ ਦਿਓ, ਸਾਨੂੰ ਕੁਛ ਨਹੀਂ ਚਾਹੀਦਾ। ਜੋ ਕੁਛ ਤੁਸੀਂ ਦਿੱਤਾ ਹੋਇਆ ਇਹ ਵਾਪਸ ਲੈ ਲਓ, ਮੇਰਾ ਸਰੀਰ ਵੀ ਨਾ ਰਹੇ। ਉਸ ਵੇਲੇ ਹੁਣ ਸੰਤ ਜੀ ਬੋਲ ਕੇ ਚੁੱਪ ਕਰ ਗਏ। ਸਰਦਾਰ ਨੇ ਅੱਗਿਓਂ ਕੋਈ ਕੁਛ ਨਾ ਕਿਹਾ, ਚੁੱਪ ਰਿਹਾ ਬਿਲਕੁਲ। ਸੰਤ ਨਗੀਨਾ ਸਿੰਘ ਜੀ ਵੱਲ ਦੇਖੀ ਜਾਂਦਾ ਵੀ ਇਹ ਕੀ ਗੱਲ ਕਹਿਤੀ। ਸੰਤ ਨਗੀਨਾ ਸਿੰਘ ਜੀ ਸਰਦਾਰ ਨੂੰ ਕਹਿੰਦੇ, ਸਰਦਾਰ ਜੀ ਚੁੱਪ ਕਿਉਂ ਹੋ ਗਏ? ਜੋ ਮੈਂ ਮੰਗਣਾ ਸੀ ਉਹੀ ਤੁਸੀਂ ਵੀ ਖੁਸ਼ੀ ਖੁਸ਼ੀ ਮੰਗੋ। ਸਰਦਾਰ ਕਹਿੰਦਾ, ਜੀ ਪਹਿਲੀਆਂ ਗੱਲਾਂ ਤਾਂ ਠੀਕ ਮੰਗ ਲਈਆਂ, ਪਰ ਜਿਹੜੀ ਹੁਣ ਆਹ ਗੱਲ ਕਹੀ ਹੈ ਇਹ ਨਹੀਂ ਮੈਥੋਂ ਕਹੀ ਜਾਣੀ। ਕਹਿੰਦੇ ਕਿਉਂ? ਇਹ ਕਿਉਂ ਨਹੀਂ ਕਹੀ ਜਾਣੀ? ਕਹਿੰਦਾ, ਜੀ ਤੁਸੀਂ ਤਾਂ ਕਹਿੰਦੇ ਹੋ ਸਭ ਕੁਝ ਨਸ਼ਟ ਹੋ ਜਾਵੇ, ਸਰੀਰ ਵੀ ਨਾ ਰਹੇ ਮੇਰਾ। ਮਹਾਂਪੁਰਸ਼ ਕਹਿੰਦੇ, ਫਿਰ ਕੀ ਹੈ? ਜਿਹਨੇ ਦਿੱਤਾ ਹੋਇਆ ਹੈ ਉਹ ਜੇ ਵਾਪਸ ਲੈ ਲਵੇ ਤਾਂ ਕੀ ਹੈ? ਕਹਿੰਦਾ, ਨਾ ਜੀ ਇਹ ਗੱਲ ਤਾਂ ਮੈਂ ਨਹੀਂ ਕਹਿ ਸਕਦਾ। ਮਹਾਂਪੁਰਖ ਕਹਿੰਦੇ, ਬਸ ਆਹ ਹੀ ਫਰਕ ਹੈ ਤੁਹਾਡੇ ਵਿੱਚ ਤੇ ਸਾਡੇ ਵਿੱਚ। ਤੁਸੀਂ ਲੋਕ ਮੇਰ ਤੇਰ ਦੀ ਪਕੜ ਵਿੱਚ ਹੋ, ਪਰ ਕਹਿੰਦੇ ਜਿਹੜੇ ਸੰਤ ਲੋਕ ਹੁੰਦੇ ਨੇ, ਆਏ ਦੀ ਖੁਸ਼ੀ ਨਹੀਂ ਗਏ ਦਾ ਗਮ ਨਹੀਂ।
ਪਿਛਲੇ ਸਮੇਂ ਦੇ ਵਿੱਚ, ਪਿਛਲੇ ਦਿਨਾਂ ਦੇ ਵਿੱਚ ਇੱਕ ਸਾਖੀ ਆਪ ਜੀ ਦੇ ਸੁਣਨ ਵਿੱਚ ਆਈ ਹੋਏਗੀ। ਕਿਸੇ ਮਹਾਂਪੁਰਖਾਂ ਨੇ ਲੰਗਰ ਲਾਉਣਾ ਸੀ, ਬੜੀਆਂ ਰਸਤਾਂ ਵਸਤਾਂ ਲਿਆ ਕੇ ਰੱਖੀਆਂ ਹੋਈਆਂ ਸੀ। ਦੂਸਰੇ ਦਿਨ ਲੰਗਰ ਦੀ ਤਿਆਰੀ ਕਰਨੀ ਸੀ। ਰਾਤ ਨੂੰ ਚੋਰ ਆਏ ਤੇ ਸਾਰਾ ਸਮਾਨ ਚੋਰੀ ਕਰਕੇ ਲੈ ਗਏ। ਦਿਨ ਚੜ੍ਹਿਆ, ਸੇਵਾਦਾਰਾਂ ਨੇ ਦੇਖਿਆ ਚੋਰੀ ਹੋ ਗਈ। ਸੰਤਾਂ ਕੋਲੇ ਗਏ, ਕਹਿੰਦੇ ਮਹਾਰਾਜ ਜੀ ਚੋਰੀ ਹੋ ਗਈ, ਜਿੰਨਾ ਅੱਜ ਲੰਗਰ ਤਿਆਰ ਕਰਨਾ ਸੀ ਰਸਤ ਪਾਣੀ ਸਾਰਾ ਚੋਰੀ ਕਰਕੇ ਚੋਰ ਲੈ ਗਏ। ਮਹਾਂਪੁਰਖ ਤਾੜੀ ਮਾਰ ਕੇ ਹੱਸ ਕੇ ਕਹਿੰਦੇ ਚੰਗਾ ਹੋਇਆ ਤੁਹਾਡੀ ਖੇਚਲ ਘਟ ਗਈ, ਤੁਸੀਂ ਵੀ ਬਣਾ ਕੇ ਵੰਡਣਾ ਹੀ ਸੀ, ਉਹ ਕੱਚਾ ਹੀ ਚੱਕ ਕੇ ਲੈ ਗਏ। ਦੇਖੋ ਹੁਣ ਇਹ ਦੋਨੋਂ ਚੀਜ਼ਾਂ ਨੇ, ਸੰਸਾਰੀ ਬੰਦਾ, ਗ੍ਰਸਤੀ ਬੰਦਾ ਨੁਕਸਾਨ ਹੋ ਜੇ ਬੜਾ ਰੋਂਦਾ ਪਛਤਾਉਂਦਾ ਹੈ, ਬੜਾ ਬਿਲਕਦਾ ਹੈ, ਤੜਫਦਾ ਹੈ। ਪਰ ਜਦੋਂ ਰੱਬ ਦੇ ਪਿਆਰੇ, ਉਹ ਦੋਨਾਂ ਹਾਲਾਤਾਂ ਵਿੱਚ ਖੁਸ਼ ਰਹਿੰਦੇ ਨੇ। ਜਪਜੀ ਸਾਹਿਬ ਦਾ ਪਾਠ ਤਾਂ ਹਰ ਰੋਜ਼ ਹੀ ਆਪਾਂ ਕਰਦੇ ਹਾਂ। ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਭੇਦਾਤ ਤੇਰੀ ਦਾਤਾਰ। ਪਰ ਜਦੋਂ ਜ਼ਿੰਦਗੀ 'ਚ ਸੁੱਖ ਆਉਂਦਾ ਹੈ, ਉਸ ਵੇਲੇ ਤਾਂ ਆਪਾਂ ਕਹਿੰਦੇ ਦਾਤਾ ਤੇਰਾ ਸ਼ੁਕਰ ਹੈ। ਪਰ ਜਦੋਂ ਦੁੱਖ ਆਉਂਦਾ ਹੈ, ਉਸ ਵੇਲੇ ਤਾਂ ਕੋਈ ਹੀ ਭਾਗਾਂ ਵਾਲਾ ਕਹਿੰਦਾ ਵੀ ਤੇਰਾ ਸ਼ੁਕਰ ਹੈ। ਉਸ ਵੇਲੇ ਨਹੀਂ ਕੋਈ ਵੀ ਸ਼ੁਕਰ ਕਰਦਾ ਵੀ ਦੁੱਖ ਵੀ ਤਾਂ ਉਹਦੀ ਹੋਈ ਦਾਤ ਹੈ। ਜੇ ਉਹਨੇ ਸੁੱਖ ਦਿੱਤੇ ਹੈ ਤਾਂ ਦੁੱਖ ਵੀ ਤਾਂ ਦਾਤਾ ਉਹੀ ਦੇਣ ਵਾਲਾ ਹੈ। ਦੋਨਾਂ ਹਾਲਾਤਾਂ ਦੇ ਵਿੱਚ ਖੁਸ਼ ਰਹਿਣਾ। ਤੋ ਮਹਾਂਪੁਰਖ ਕਹਿੰਦੇ ਭਾਈ ਇਹ ਫਰਕ ਹੈ। ਜਿਨ੍ਹਾਂ ਨੇ ਸੰਸਾਰ ਦੀ ਪਕੜ ਆਪਣੇ ਹਿਰਦੇ 'ਚ ਪੱਕੀ ਕਰੀ ਹੋਈ ਹੈ, ਉਹ ਸੰਸਾਰ ਨੂੰ ਛੱਡਣਾ ਨਹੀਂ ਚਾਹੁੰਦੇ। ਸਾਰਿਆਂ ਕੁਛ ਦੇ ਵਿੱਚ ਖੁੱਭੇ ਹੋਏ ਹੈ। ਪਰ ਬਈ ਜਿਹੜੇ ਸੰਸਾਰ ਦੀ ਪਕੜ ਤੋਂ ਰਹਿਤ ਨੇ, ਜਿਸ ਤਰ੍ਹਾਂ ਕਮਲ ਦਾ ਫੁੱਲ ਹੈ ਪਾਣੀ ਵਿੱਚ, ਪਰ ਪਾਣੀ ਤੋਂ ਉੱਚਾ ਹੈ। ਗੁਰੂ ਨਾਨਕ ਮਹਾਰਾਜ ਸਿੱਧਾਂ ਦੇ ਨਾਲ ਜਿਸ ਵੇਲੇ ਬਚਨ ਹੋਏ ਸੀ, ਸਿੱਧ ਕਹਿੰਦੇ ਗ੍ਰਸਤ ਨਾਲ ਦਾ ਵੱਡਾ ਤਾਂ ਝੰਜਟ ਨਹੀਂ ਹੈ ਕੋਈ ਵੀ। ਤੁਸੀਂ ਕਹਿੰਦੇ ਹੋ ਵੀ ਗ੍ਰਸਤੀ ਵੀ ਪਾਰ ਹੋ ਸਕਦੇ ਆ, ਇਹ ਕਿਵੇਂ ਹੋ ਜੂ? ਮਹਾਰਾਜ ਕਹਿੰਦੇ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੇ ਸਾਣੇ। ਜਿਸ ਤਰ੍ਹਾਂ ਕਮਲ ਦਾ ਫੁੱਲ ਹੈ ਪਾਣੀ ਦੇ ਵਿੱਚ ਹੈ, ਪਾਣੀ 'ਚ ਹੈ ਉੱਚਾ ਪਾਣੀ ਤੋਂ। ਜਲ ਕੁਕੜੀ ਮੁਰਗਾਬੀ ਜਿਹੜੀ ਹੈ ਰਹਿੰਦੀ ਪਾਣੀ 'ਚ ਹੈ, ਚੁੱਭੀਆਂ ਵੀ ਲਾਉਂਦੀ ਹੈ ਪਾਣੀ ਵਿੱਚ, ਪਰ ਆਪਣੇ ਖੰਭ ਨਹੀਂ ਗਿੱਲੇ ਹੋਣ ਦਿੰਦੀ। ਕਹਿੰਦੇ ਇਸ ਤਰ੍ਹਾਂ ਮੇਰਾ ਸਿੱਖ ਜਿਹੜਾ ਹੈ ਰਹੂਗਾ ਸੰਸਾਰ ਵਿੱਚ, ਪਰ ਆਪਣੀ ਬਿਰਤੀ ਨੂੰ ਸੰਸਾਰ ਵਿੱਚ ਖੁੱਭਣ ਨਹੀਂ ਦੇਗਾ। ਸੁਰਤ ਸ਼ਬਦ ਭਵ ਸਾਗਰ ਤਰੀਏ, ਆਪਣੀ ਸੁਰਤੀ ਨੂੰ ਸ਼ਬਦ ਨਾਲ ਜੋੜ ਕੇ ਭਵ ਸਾਗਰ ਤਰ ਜਾਏਗਾ। ਸੋ ਇਸ ਤਰ੍ਹਾਂ ਮਹਾਂਪੁਰਖ ਹਮੇਸ਼ਾ ਸੁਰਤ ਸ਼ਬਦ ਦੇ ਅਭਿਆਸ ਦੀ ਗੱਲ ਕਰਦੇ। ਇੱਕ ਮਹਾਂਪੁਰਖਾਂ ਦਾ ਬੜਾ ਪਿਆਰਾ ਸੇਵਕ ਸੀ, ਸਰਦਾਰ ਕਰਮ ਸਿੰਘ ਭੋਗਲ, ਭੀਲੋਵਾਲ ਇਹਦਾ ਪਿੰਡ ਸੀ। ਪਰ ਸਮੇਂ ਅਨੁਸਾਰ ਜੱਬਲਪੁਰ ਰਹਿਣ ਵਾਸਤੇ ਆਪਣਾ ਕਾਰੋਬਾਰ ਕਰ ਰਿਹਾ ਸੀ, ਰਹਿ ਰਿਹਾ ਸੀ ਉੱਥੇ। 1922 ਦੇ ਵਿੱਚ ਮਹਾਂਪੁਰਖਾਂ ਦੇ ਦਰਸ਼ਨ ਹੋਏ, 1923 ਦੇ ਵਿੱਚ ਦਰਸ਼ਨ ਹੋਏ। ਮਹਾਂਪੁਰਖ ਤਕਰੀਬਨ 4 ਵਾਰੀ ਇਹਨੂੰ ਦਰਸ਼ਨ ਮਹਾਂਪੁਰਸ਼ਾਂ ਦੇ ਹੋਏ। 5ਵੀਂ ਵਾਰੀ ਮਹਾਂਪੁਰਸ਼ਾਂ ਦੇ ਚਰਨਾਂ 'ਚ ਬੈਠਾ ਇਹ ਤਕਰੀਬਨ 1928 18 ਅਪ੍ਰੈਲ ਦਾ ਦਿਨ ਸੀ। ਮਹਾਂਪੁਰਖਾਂ ਦੇ ਕੋਲ ਬੈਠਾ ਬੇਨਤੀਆਂ ਕਰਦਾ, ਮਹਾਰਾਜ ਜੀ ਕਿਰਪਾ ਕਰੋ। ਮਹਾਂਪੁਰਖ ਕਹਿੰਦੇ ਕੀ ਨਾਮ ਹੈ? ਕਹਿੰਦਾ ਜੀ ਮੇਰਾ ਨਾਮ ਕਰਮ ਸਿੰਘ ਹੈ, ਭੀਲੋਵਾਲ ਪਿੰਡ ਹੈ ਚੱਬੇਵਾਲ ਦੇ ਕੋਲ, ਪਰ ਅੱਜ ਕੱਲ੍ਹ ਕਾਰੋਬਾਰ ਦੇ ਸਿਲਸਿਲੇ ਵਿੱਚ ਜੱਬਲਪੁਰ ਰਹਿੰਦਾ ਹਾਂ। ਸੰਤ ਕਹਿੰਦੇ ਨਾਮ ਤਾਂ ਬੜਾ ਚੰਗਾ ਹੈ। ਉਹ ਕਹਿਣ ਲੱਗੇ ਨਾਮ ਤਾਂ ਚੰਗਾ ਜੀ, ਪਰ ਕਰਮ ਨਹੀਂ ਚੰਗੇ ਕਰਦਾ। ਮਹਾਂਪੁਰਸ਼ ਕਹਿੰਦੇ ਕੀ ਕੰਮ ਕਰਦਾ ਭਾਈ? ਕਹਿੰਦਾ ਜੀ ਠੇਕੇਦਾਰੀ ਕਰਦਾ। ਸੰਤ ਮਹਾਰਾਜ ਜੀ ਕਹਿੰਦੇ ਜੇ ਫਿਰ ਚੰਗੇ ਕਰਮ ਨਹੀਂ ਕਰਦਾ ਫਿਰ ਇੱਥੇ ਕਾਹਨੂੰ ਆਉਣਾ ਸੀ ਤੈਂ? ਤਾਂ ਕਰਮ ਸਿੰਘ ਕਹਿਣ ਲੱਗੇ ਜੀ ਆਪ ਜੀ ਸਭ ਕੁਝ ਸਮਝਣ ਦੇ ਸਮਰੱਥ ਹੋ, ਮੈਂ ਤਾਂ ਆਸ ਲਾ ਕੇ ਤੁਹਾਡੇ ਕੋਲੇ ਆਇਆ। ਸੰਤ ਮਹਾਰਾਜ ਕਹਿੰਦੇ ਫਿਰ ਆਸ ਲੈ ਕੇ ਆਉਣ ਵਾਲੇ ਦੀ ਆਸਾ ਜਿਹੜੀ ਇੱਥੋਂ
ਪੂਰੀ ਹੋ ਜਾਂਦੀ, ਕਦੇ ਨਿਰਾਸ਼ਾ ਨਹੀਂ ਜਾਣਾ ਪੈਂਦਾ। ਬਥੇਰੇ ਲੋਕ ਆਉਂਦੇ ਨੇ, ਪਰ ਕਰਮ ਸਿੰਘ ਤੈਨੂੰ ਅਸੀਂ ਆਪ ਸੱਦਿਆ। ਇਹ ਬਚਨ ਸੁਣਦੇ ਸਾਰ ਕਰਮ ਸਿੰਘ ਦੇ ਅੰਦਰ ਝਰਨਾਹਟ ਛਿੜ ਗਈ। ਮਹਾਂਪੁਰਖ ਆਪਣੇ ਸਥਾਨ ਤੋਂ ਉੱਠ ਕੇ 3-4 ਕਦਮ ਅਗਾਂਹ ਨੂੰ ਤੁਰੇ, ਫਿਰ ਬੈਠ ਗਏ। ਬਚਨ ਸ਼ੁਰੂ ਹੋ ਗਏ। ਕਰਮ ਸਿੰਘ ਜਦੋਂ ਪਿਛਲੇ ਜਨਮਾਂ ਦਾ ਕੀਤੇ ਕਰਮਾਂ ਦਾ ਸੰਸਕਾਰ ਇਕੱਠਾ ਹੋ ਜੇ ਤਾਂ ਫਿਰ ਕੋਈ ਨਾ ਕੋਈ ਐਸਾ ਸਮਾਂ ਬਣ ਜਾਂਦਾ ਜਦੋਂ ਰੱਬ ਦੇ ਪਿਆਰਿਆਂ ਦਾ ਮੇਲਾ ਹੋਵੇ। ਜਿਹੜੀ ਵਸਤੂ ਜਿਸ ਵਾਸਤੇ, ਜਿਸ ਸਮੇਂ ਲਈ, ਜਿਸ ਥਾਂ ਤੇ ਮਾਲਕ ਨੇ ਹੁਕਮ ਦਿੱਤਾ ਹੁੰਦਾ, ਉਹਨੂੰ ਉਦੋਂ ਹੀ ਪ੍ਰਾਪਤ ਹੁੰਦੀ ਆ। ਜਿਹੜੇ ਮਹਾਂਪੁਰਖਾਂ ਰਾਹੀਂ ਪ੍ਰਾਪਤ ਹੋਣੀ, ਉਹਨਾਂ ਰਾਹੀਂ ਹੀ ਪ੍ਰਾਪਤ ਹੁੰਦੀ ਆ। ਕਹਿੰਦੇ ਤੇਰੇ ਲਈ ਸਾਡੇ ਕੋਲ ਨਿਰੰਕਾਰ ਨੇ ਜੋ ਹੁਕਮ ਭੇਜਿਆ, ਅਮਾਨਤ ਰੱਖੀ ਹੋਈ ਹੈ। ਅੱਜ ਅਸੀਂ ਉਹ ਅਮਾਨਤ ਤੇਰੇ ਹਵਾਲੇ ਕਰਨੀ ਆ। ਕਹਿੰਦੇ ਬੇਟਾ, ਅਸੀਂ ਤੇਰੇ ਪਿਛਲੇ ਜਨਮ ਦੇਖੇ ਆ, ਉਹਨਾਂ ਵਿੱਚੋਂ 3 ਜਨਮ ਪਿਛਲੇ, 1 ਜਨਮ ਹੁਣ ਦਾ, 1 ਅਗਲਾ ਆਉਣ ਵਾਲਾ। ਇਹਨਾਂ ਵਿੱਚ ਤੇਰੇ ਕੀਤੇ ਕਰਮ ਜਿਹੜੇ ਚੰਗੇ, ਉਹ ਫਲ ਦੇਣ ਲੱਗੇ ਆ ਤੈਨੂੰ। ਤੂੰ ਪਿਛਲੇ ਜਨਮਾਂ ਵਿੱਚ ਵੀ ਕਿਰਤੀ ਸੀ, ਹੁਣ ਵੀ ਕਿਰਤੀ ਹੈ, ਅਗਲਾ ਜਨਮ ਵੀ ਤੇਰਾ ਕਿਰਤੀ ਦਾ ਹੀ ਹੋਣਾ। ਇਸ ਤਰ੍ਹਾਂ 9 ਜਾਂ 10 ਸੱਜਣ ਉੱਥੇ ਬੈਠੇ ਸੀ। ਮਹਾਂਪੁਰਖਾਂ ਨੇ ਹੋਰ ਬਚਨ ਸੁਣਾਏ ਕਿ ਵਾਹਿਗੁਰੂ ਦਾ ਜੋ ਮਿਲਾਪ ਹੈ ਉਹ 1 ਜਨਮ ਵਿੱਚ ਨਹੀਂ ਹੁੰਦਾ। ਚੋਰ ਕੋਈ 1 ਜਨਮ ਦੇ ਵਿੱਚ ਚੋਰੀ ਨਹੀਂ ਸਿੱਖ ਲੈਂਦਾ। ਭਗਤ ਵੀ ਜਿਹੜੇ ਨੇ ਪਰਮੇਸ਼ਰ ਦੀ ਆਰਾਧਨਾ 1 ਜਨਮ ਦੇ ਵਿੱਚ ਨਹੀਂ ਕਰਦੇ। ਪਰਮਾਰਥ ਦੀਆਂ ਜਮਾਤਾਂ ਪਾਸ ਕਰਨ ਲਈ ਕਈ ਜਨਮ ਲੱਗ ਜਾਂਦੇ ਨੇ। ਕਹਿੰਦੇ ਕਰਮ ਸਿੰਘ ਤੂੰ 9 ਜਨਮਾਂ ਤੋਂ ਭਗਤੀ ਕਰ ਰਿਹਾ। ਪਰਮਾਤਮਾ ਪਤੀ ਨੂੰ ਮਿਲਣ ਲਈ ਜੀਵ ਨੂੰ ਵੀ ਉਸੇ ਤਰ੍ਹਾਂ ਕੰਮ ਸਿੱਖਣਾ ਪੈਂਦਾ, ਜਿਸ ਤਰ੍ਹਾਂ ਇੱਕ ਕੁਆਰੀ ਲੜਕੀ ਆਪਣੇ ਪੇਕੇ ਘਰ ਵਿੱਚ ਆਪਣੇ ਸਹੁਰੇ ਘਰ ਨੂੰ ਜਾਣ ਦੀ ਤਿਆਰੀ ਕਰਦੀ, ਕੰਮਕਾਰ ਸਿੱਖਦੀ ਹੈ। ਜਿਹੜੀ ਲੜਕੀ ਪੇਕੇ ਘਰ ਵਿੱਚ ਸੁਚੱਜਾ ਕੰਮ ਸਿੱਖ ਲਵੇ, ਉਹਦੀ ਸਹੁਰੇ ਘਰ ਵਿੱਚ ਇੱਜ਼ਤ ਹੁੰਦੀ ਹੈ। ਇਸੇ ਤਰ੍ਹਾਂ ਜੀਵ ਜਗਿਆਸੂ ਜੋ ਹੈ, ਇਹ ਵੀ ਪ੍ਰਭੂ ਭਗਤੀ ਗੁਰੂ ਦੇ ਦੱਸੇ ਢੰਗ ਨਾਲ ਕਰੇ ਤਾਂ ਫਿਰ ਪਰਮੇਸ਼ਰ ਦੇ ਰਾਹ ਦੇ ਵਿੱਚ ਇਹ ਪ੍ਰਵਾਨ ਹੋ ਜਾਂਦਾ ਹੈ। 8 ਅੰਗ ਨੇ ਜੀਵ ਦੇ, ਉਹ ਜੀਵਨ ਦੇ ਵਿੱਚ ਜੇ ਢਾਲ ਲਵੇ ਵਿਚਾਰ, ਆਹਾਰ, ਵਿਹਾਰ, ਰਹਿਣੀ, ਬਹਿਣੀ, ਸਹਿਣੀ, ਕਹਿਣੀ, ਇਹ 8 ਚੀਜ਼ਾਂ ਜੇਕਰ ਸ਼ੁੱਧ ਹੋ ਜਾਣ ਤਾਂ ਜੀਵ ਪਰਮੇਸ਼ਰ ਨੂੰ ਭਾ ਜਾਂਦਾ ਹੈ। ਸੰਸਾਰ ਵਿੱਚ ਰਹਿੰਦਿਆਂ, ਕੰਮਕਾਰ ਕਰਦਿਆਂ ਵੀ ਪਰਮੇਸ਼ਰ ਦੀ ਲਗਨ ਲੱਗ ਸਕਦੀ ਹੈ। ਬਾਬਾ ਜੀ ਨੇ ਇਸ਼ਾਰੇ ਦੇ ਨਾਲ ਹੁਣ ਸਾਰੇ ਬਚਨ ਉਹਨੂੰ ਅਭਿਆਸ ਦੇ ਸਮਝਾਏ ਵੀ ਜਦੋਂ ਸਿਮਰਨ ਕਰਨਾ ਹੈ ਕਿਸੇ ਨੂੰ ਦਿਖਾਵਾ ਨਹੀਂ ਕਰਨਾ। ਇਹ ਨਹੀਂ ਕਹਿਣਾ ਵੀ ਮੈਂ ਇੰਨਾ ਸਿਮਰਨ ਕਰਦਾ ਹਾਂ। ਅਭਿਆਸੀਆਂ ਦੇ ਨਾਲ ਵਿਚਾਰ ਸਾਂਝੇ ਕੀਤੇ ਜਾ ਸਕਦੇ ਹਨ, ਪਰ ਇਹ ਨਹੀਂ ਹੈ ਵੀ ਕਿਸੇ ਕੋਲੇ ਆਪਣੀ ਫੋਕੀ ਪ੍ਰਸ਼ੰਸਾ ਕਰਾਉਣ ਵਾਸਤੇ ਆਪਣਾ ਦੱਸਣਾ ਵੀ ਮੈਂ ਇੰਨਾ ਸਿਮਰਨ ਕਰਦਾ ਹਾਂ, ਮੈਂ ਇੰਨੇ ਘੰਟੇ ਬੈਠਦਾ ਹਾਂ, ਜਾਂ ਮੈਂ ਇੰਨਾ ਕਰਦਾ ਹਾਂ ਤੂੰ ਵੀ ਇੰਨਾ ਕਰਿਆ ਕਰ। ਨਹੀਂ ਨਹੀਂ, ਮਹਾਂਪੁਰਖਾਂ ਨੇ ਕਿਹਾ ਵੀ ਸਿਮਰਨ ਕਰਨ ਵੇਲੇ ਇਕਾਗਰ ਚਿੱਤ ਹੋ ਕੇ ਬੈਠਿਆ ਕਰੇ। ਤੈਨੂੰ ਮਾਲਾ ਨਾਲ ਸਿਮਰਨ ਕਰਨ ਦੀ ਲੋੜ ਨਹੀਂ, ਸਵਾਸਾਂ ਦੇ ਨਾਲ ਸਿਮਰਨ ਕਰਨਾ ਹੈ। ਸੋ ਹੋਰ ਆਸਣ ਵੀ ਦੱਸੇ ਵੀ ਕਿਵੇਂ ਬੈਠਣਾ ਹੈ, ਸ਼ਬਦ ਦਾ ਸਹਾਰਾ ਕਿਵੇਂ ਲੈਣਾ ਹੈ। ਸਾਰੀ ਉਕਤੀਆਂ ਜੁਗਤੀਆਂ ਮਹਾਂਪੁਰਖਾਂ ਨੇ ਇੱਕੋ ਵਾਰੀ 'ਚ ਸਮਝਾ ਦਿੱਤੀਆਂ। ਤਕਰੀਬਨ 4 ਘੰਟੇ ਲਾਏ ਮਹਾਂਪੁਰਖਾਂ ਨੇ। ਨਾਮ ਗੁਰਮੰਤਰ ਦ੍ਰਿੜ ਕਰਵਾ ਦਿੱਤਾ। ਉਸ ਵੇਲੇ ਇੱਕ ਸਿੰਘ ਜੋ ਸੰਤਾਂ ਦੇ ਕੋਲ ਹੀ ਸੇਵਾਦਾਰ ਰਹਿੰਦਾ ਸੀ, ਉੱਠ ਕੇ ਬੇਨਤੀ ਕਰਨ ਲੱਗਾ, ਹਜੂਰ ਇਹ ਬੰਦਾ ਕਰਮ ਸਿੰਘ ਪਹਿਲਾਂ ਸਿਰਫ 4 ਵਾਰੀ ਆਇਆ, ਅੱਜ 5ਵੀਂ ਵਾਰੀ ਆਇਆ। ਇਹਦੇ ਤੇ ਅੱਜ 5ਵੀਂ ਵਾਰੀ ਆਏ ਤੇ ਐਡੀ ਵੱਡੀ ਕਿਰਪਾ ਕਰ ਦਿੱਤੀ। ਸਾਨੂੰ ਕਈ ਸਾਲ ਤੁਹਾਡੇ ਕੋਲ ਰਹਿੰਦਿਆਂ ਨੂੰ ਹੋ ਗਏ, ਸਾਡੇ ਤੇ ਨਹੀਂ ਅਜੇ ਤੱਕ ਇਹ ਬਖਸ਼ਿਸ਼ ਕੀਤੀ। ਸਾਨੂੰ ਇਸ ਬਖਸ਼ਿਸ਼ ਤੋਂ ਅਧੂਰੇ ਰਹਿਣ ਦਿੱਤਾ।
ਇਹਦੇ ਤੇ ਪੰਜਵੀਂ ਵਾਰੀ ਆਏ ਤੇ ਕਿਰਪਾ ਹੋ ਗਈ। ਸੇਵਾਦਾਰ ਦਾ ਬਚਨ ਸੁਣ ਕੇ ਸੰਤ ਪਹਿਲਾਂ ਤਾਂ ਚੁੱਪ ਕਰ ਗਏ। ਫਿਰ ਸੰਤ ਇੱਧਰ ਉੱਧਰ ਦੇ ਕੁਝ ਬਚਨ ਕਰਨ ਤੋਂ ਬਾਅਦ ਕਹਿਣ ਲੱਗੇ, ਭਾਈ ਕਿਸੇ ਸਾਧੂ ਦੇ ਕੋਲ ਕੋਈ ਸੱਜਣ ਗਿਆ ਤੇ ਸੰਤਾਂ ਪਾਸ ਬੇਨਤੀ ਕੀਤੀ, ਸੰਤ ਜੀ ਮੈਨੂੰ ਆਪਣਾ ਸੇਵਕ ਬਣਾ ਲਾ। ਸੰਤਾਂ ਨੇ ਰਸਮੀ ਤੌਰ ਤੇ ਜਦੋਂ ਉਹਨੂੰ ਆਪਣਾ ਚੇਲਾ ਬਣਾ ਲਿਆ, ਕਾਫੀ ਸਮਾਂ ਉਹ ਚੇਲੇ ਨੂੰ ਸੇਵਾ ਕਰਦਿਆਂ ਹੋ ਗਿਆ। ਇੱਕ ਦਿਨ ਉਹ ਸੰਤਾਂ ਨੂੰ ਆ ਕੇ ਕਹਿੰਦਾ, ਇੰਨੇ ਸਾਲ ਹੋ ਗਏ ਤੁਹਾਡੇ ਕੋਲ ਰਹਿੰਦੇ ਆ, ਮੈਨੂੰ ਸੰਤ ਪੁਣੇ ਦਾ ਰੰਗ ਕਿਉਂ ਨਹੀਂ ਚੜ੍ਹਦਾ? ਮਹਾਂਪੁਰਸ਼ ਬੜੇ ਸਰਬੱਗ ਸੀਗੇ। ਸੰਤ ਉਸ ਵੇਲੇ ਇਹਦੀ ਸ਼ੰਕਾ ਦੂਰ ਕਰਨ ਵਾਸਤੇ ਇੱਕ ਪਾਰਸ ਦਾ ਪੱਥਰ ਬੱਟੀ ਚੇਲੇ ਨੂੰ ਕਹਿ ਕੇ ਇੱਕ ਲੋਹੇ ਦੀ ਡੱਬੀ 'ਚ ਪਾ ਕੇ ਉਹਨੂੰ ਦੇਤਾ। 7-8 ਮਹੀਨੇ ਪਾਰਸ ਦੀ ਬੱਟੀ ਦਿੱਤਿਆਂ ਨੂੰ ਜਦ ਹੋ ਗਏ, ਚੇਲੇ ਨੂੰ ਫੇਰ ਸੰਤਾਂ ਨੇ ਸੱਦ ਲਿਆ। ਫੇਰ ਹੁਣ ਚੇਲਾ ਫੇਰ ਲੜੇ ਸੰਤਾਂ ਨਾਲ ਵੀ ਇੰਨੇ ਸਾਲ ਹੋ ਗਏ ਰਹਿੰਦਿਆਂ ਸੰਤ ਪੁਣੇ ਦਾ ਮੈਨੂੰ ਰੰਗ ਕਿਉਂ ਨਹੀਂ ਚੜ੍ਹਦਾ? ਸੰਤਾਂ ਨੇ ਕਿਹਾ ਵੀ ਉਹ ਜਿਹੜੀ ਪਾਰਸ ਦੀ ਬੱਟੀ ਲੋਹੇ ਦੀ ਡੱਬੀ 'ਚ ਪਾ ਕੇ ਰੱਖੀ ਹੋਈ ਸੀ ਉਹ ਲੈ ਕੇ ਆ। ਸੇਵਕ ਨੇ ਸੰਤਾਂ ਦਾ ਬਚਨ ਮੰਨ ਕੇ ਬੱਟੀ ਤੇ ਉਹ ਡੱਬੀ ਸੰਤਾਂ ਪਾਸ ਲੈ ਜਾਂਦੇ। ਹੁਣ ਉਸੇ ਹੀ ਪਾਰਸ ਨੂੰ ਇੱਕ ਲੋਹੇ ਦਾ ਟੁਕੜਾ ਛੁਹਾਇਆ। ਉਹ ਲੋਹੇ ਦਾ ਟੁਕੜਾ ਉਸੇ ਵੇਲੇ ਸੋਨਾ ਬਣ ਗਿਆ। ਮਹਾਂਪੁਰਸ਼ ਕਹਿੰਦੇ ਵੀ 7 ਮਹੀਨੇ ਆ ਪਾਰਸ ਐਸ ਲੋਹੇ ਦੀ ਡੱਬੀ 'ਚ ਰਿਹਾ। ਇਹ ਡੱਬੀ ਸੋਨੇ ਦੀ ਨਹੀਂ ਬਣੀ, ਪਾਰਸ ਇਹਦੇ ਵਿੱਚ ਰਿਹਾ, ਪਰ ਲੋਹੇ ਦਾ ਟੁਕੜਾ ਹੁਣ ਇਹਦੇ ਨਾਲ ਲਾਇਆ, ਲਾਉਂਦਿਆਂ ਸਾਰੀ ਸੋਨਾ ਬਣ ਗਿਆ। ਇਹ ਕੀ ਗੱਲ ਹੋਈ ਬਈ? ਪਾਰਸ ਤਾਂ ਉਹੀ ਹੈ। 7 ਮਹੀਨੇ ਇਸ ਡੱਬੀ ਤੇ ਅਸਰ ਕੋਈ ਨਹੀਂ ਹੋਇਆ, ਇਹ ਵੀ ਲੋਹੇ ਦੀ ਹੋਈ ਸੀ, ਐਸ ਲੋਹੇ ਦੇ ਟੁਕੜੇ ਤੇ ਅਸਰ ਝੱਟ ਹੋ ਗਿਆ। ਇਹ ਕੀ ਗੱਲ ਬਈ? ਕਹਿੰਦੇ ਕਾਰਨ ਲੱਭੋ ਇਹਦਾ। ਜਦ ਖੋਜਬੀਨ ਹੋਈ ਤਾਂ ਡੱਬੀ ਦੇ ਅੰਦਰਲੇ ਪਾਸੇ ਬਹੁਤ ਬਰੀਕ ਜਿਹਾ ਇੱਕ ਕਾਗਜ਼ ਚਿੰਬੜਿਆ ਹੋਇਆ। ਪਤਾ ਨਹੀਂ ਸੀ ਲੱਗ ਰਿਹਾ, ਮਾਲੂਮ ਨਹੀਂ ਸੀ ਹੋ ਰਿਹਾ, ਪਰ ਭੰਬੀਰੀ ਦੇ ਪਰਦੇ ਵਾਂਗੂ ਬਰੀਕ ਪੜਦਾ ਹੈ। ਉਸ ਪੜਦੇ ਕਰਕੇ ਪਾਰਸ ਦਾ ਤੇ ਡੱਬੀ ਦਾ ਵਿਚਾਲਾ ਪਿਆ ਹੋਇਆ, ਜਿਸ ਕਰਕੇ ਡੱਬੀ ਸੋਨੇ ਦੀ ਨਹੀਂ ਬਣੀ। ਇਸੇ ਤਰ੍ਹਾਂ ਮਹਾਂਪੁਰਸ਼ ਕਹਿੰਦੇ ਤੁਹਾਡੇ ਅੰਤਸ਼ਕਰਨ ਵਿੱਚ ਹੰਗਤਾ ਹੰਕਾਰ ਦਾ ਸੂਖਮ ਪੜਦਾ ਪਿਆ ਹੋਇਆ, ਜਿਸ ਕਰਕੇ ਤੁਹਾਡੇ ਤੇ ਮਹਾਂਪੁਰਸ਼ਾਂ ਦੁਆਰਾ ਸੰਤ ਪੁਣੇ ਦਾ ਰੰਗ ਚੜਿਆ ਨਹੀਂ, ਨਾਮ ਨਹੀਂ ਪ੍ਰਾਪਤ ਹੋਇਆ। ਸੰਤ ਮਹਾਰਾਜ ਵੀ ਇਸ ਸੇਵਾਦਾਰ ਨੂੰ ਕਹਿੰਦੇ, ਭਾਈ ਤੇਰੇ ਮਨ ਦੇ ਦੁਆਲੇ ਅਜੇ ਹਉਮੈ ਮਾਇਆ ਦੀ ਇੱਛਾ ਦਾ ਆਵਰਣ ਹੈ, ਇਸ ਵਾਸਤੇ ਮਨ ਨੂੰ ਸ਼ਬਦ ਦੀ ਛੋਹ ਨਹੀਂ ਲੱਗੀ। ਜਦ ਤੱਕ ਮਨ ਸ਼ਬਦ ਦੇ ਨਾਲ ਨਹੀਂ ਛੂੰਹਦਾ, ਉਨਾ ਚਿਰ ਤੱਕ ਇਹ ਸੋਨੇ ਵਾਂਗੂ ਸ਼ੁੱਧ ਨਹੀਂ ਹੋ ਸਕਦਾ, ਉਪਦੇਸ਼ ਦਾ ਅਧਿਕਾਰੀ ਨਹੀਂ ਹੋ ਸਕਦਾ, ਇਹਦੇ ਤੇ ਨਾਮ ਦਾ ਅਸਰ ਨਹੀਂ ਹੋ ਸਕਦਾ। ਕਹਿੰਦੇ ਫਿਰ ਕਰਮ ਸਿੰਘ ਨੂੰ ਮਹਾਰਾਜ ਕਹਿਣ ਲੱਗੇ, ਚੰਗਾ ਹੁਣ ਤੁਸੀਂ ਜਾਓ। ਨਾਲ ਬਚਨ ਕਰ ਦਿੱਤਾ ਵੀ ਜਿੰਨਾ ਚਿਰ ਅਸੀਂ ਤੁਹਾਨੂੰ ਸੱਦੀਏ ਨਾ, ਉਨੀ ਚਿਰ ਸਾਡੇ ਕੋਲ ਆਉਣ ਦੀ ਤੁਹਾਨੂੰ ਲੋੜ ਨਹੀਂ ਹੈ, ਤੁਹਾਡੇ ਤੇ ਬਹੁਤ ਵੱਡੀ ਕਿਰਪਾ ਹੋ ਗਈ ਆ। ਉਸ ਵੇਲੇ ਫਿਰ ਇਹ ਕਰਮ ਸਿੰਘ ਚਲਿਆ ਗਿਆ ਵਾਪਸ। ਇੰਨੀ ਉੱਚੀ ਅਵਸਥਾ ਮਹਾਂਪੁਰਖਾਂ ਨੇ ਇਹਦੇ ਨੂੰ ਬਖਸ਼ ਦਿੱਤੀ ਬਈ ਇੱਕ ਵਾਰੀ ਸਮਾਧੀ ਵਿੱਚ ਬੈਠ ਜਾਂਦਾ ਇਹ ਕਰਮ ਸਿੰਘ, ਤੇ ਕਈ ਦਿਨ ਸਮਾਧੀ ਲੱਗੀ ਰਹਿੰਦੀ ਸੀ, ਕਈ ਦਿਨ। ਇੱਕ ਵਾਰੀ 97 ਘੰਟੇ ਦੀ ਸਮਾਧੀ ਲੱਗੀ, 97 ਘੰਟੇ। ਘਰ ਦੇ ਰੋਂਦੇ ਸੀ ਵੀ ਪਤਾ ਨਹੀਂ ਇਹਨੂੰ ਕੀ ਹੋ ਗਿਆ। ਹੁਣ ਪਤਾ ਨਹੀਂ ਸੀ ਵੀ ਜਦੋਂ ਸਮਾਧੀ ਖੁੱਲੂ ਤਾਂ ਕਰਨਾ ਕੀ। ਤਾਂ ਉਸ ਵੇਲੇ ਮਹਾਰਾਜ ਹਰਖਵਾਲੀਏ ਵੀ ਸੱਚਖੰਡ ਜਾ ਚੁੱਕੇ ਸੀ। ਤਾਂ ਫਿਰ ਸੰਤ ਭਗਵਾਨ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਕੋਲੋਂ ਜਾ ਕੇ ਬੇਨਤੀ ਕਰਕੇ ਪੁੱਛਿਆ ਕਿ ਮਹਾਰਾਜ ਕਰਮ ਸਿੰਘ ਜੀ ਦੀ ਆਹ ਹਾਲਤ ਹੈ, ਹੁਣ ਕੀ ਹੋਣਾ ਚਾਹੀਦਾ। ਤੇ ਮਹਾਂਪੁਰਸ਼ਾਂ ਨੇ ਸਾਰਾ ਦੱਸਿਆ ਵੀ ਜਦੋਂ ਸਮਾਧੀ ਖੁੱਲੇਗੀ ਇੱਦਾਂ ਮਾਲਿਸ਼ ਕਰਨੀ ਹੈ, ਆਹ ਖੁਰਾਕ ਦੇਣੀ ਹੈ,
ਸਰੀਰ ਦੀ ਸੰਭਾਲ ਦੀਆਂ ਹੋਰ ਵੀ ਯੁਕਤੀਆਂ ਦੱਸੀਆਂ। 9 ਘੰਟੇ 12 ਘੰਟੇ ਤਾਂ ਆਮ ਹੀ ਸਮਾਧੀ ਲੱਗ ਜਾਂਦੀ ਸੀ ਕਰਮ ਸਿੰਘ ਦੀ। ਇਹ ਮਹਾਂਪੁਰਸ਼ਾਂ ਦੀ ਦੇਖੋ ਸੰਗਤ ਦਾ ਔਰ ਪਿਛਲੇ ਚੰਗੇ ਭਾਗਾਂ ਦਾ ਕਿੱਡਾ ਵੱਡਾ ਇਹ ਫਲ ਸੀ। ਹੁਣ ਇਹ ਕਰਮ ਸਿੰਘ ਜੀ ਇੱਕ ਆਪਣੇ ਨਾਲ ਹੱਡ ਬੀਤੀ ਦੱਸਿਆ ਕਰਦੇ ਸੀ ਵੀ 1949 ਦੇ ਸਮੇਂ ਉਹਨਾਂ ਦੇ ਮਾਤਾ ਜੀ ਚੜ੍ਹਾਈ ਕਰ ਗਏ ਤੇ ਮਾਤਾ ਜੀ ਦਾ ਭੋਗ ਸੀ ਤੇ ਸੰਤ ਬਾਬਾ ਜਵਾਲਾ ਸਿੰਘ ਜੀ ਨੇ ਪ੍ਰਤੱਖ ਦਰਸ਼ਨ ਦਿੱਤੇ, ਬਚਨ ਕੀਤਾ ਵੀ 20-25 ਆਦਮੀਆਂ ਦਾ ਭੋਜਨ ਤਿਆਰ ਕਰਿਓ, ਜ਼ਿਆਦਾ ਭੋਜਨ ਤਿਆਰ ਕਰਨ ਦੀ ਲੋੜ ਨਹੀਂ। ਕਹਿੰਦੇ ਉਹਨਾਂ ਦੀ ਪਤਨੀ ਕਰਤਾਰ ਕੌਰ ਨੇ ਸੰਤ ਮਹਾਰਾਜ ਦੇ ਬਚਨਾਂ ਨੂੰ ਮੰਨ ਕੇ ਉਨਾ ਹੀ ਲੰਗਰ ਤਿਆਰ ਕੀਤਾ। ਪਰ ਜਦੋਂ ਭੋਗ ਪਿਆ ਉਸ ਵੇਲੇ ਨੇੜੇ ਦੇ ਸਕੂਲ ਵਿੱਚ ਛੁੱਟੀ ਹੋ ਗਈ, ਰਾਮਗੜੀਆ ਸਕੂਲ ਸੀ ਨੇੜੇ। ਹੁਣ ਸਾਰੇ ਹੀ ਮਾਸਟਰ ਸਾਹਿਬਾਨ ਤੇ 80-90 ਲੜਕੇ ਉਹ ਵੀ ਲੰਗਰ ਛਕਣ ਵਾਸਤੇ ਆ ਕੇ ਬੈਠ ਗਏ। ਤਕਰੀਬਨ 250 ਦੀ ਗਿਣਤੀ ਪ੍ਰਸ਼ਾਦਾ ਛਕਣ ਵਾਲਿਆਂ ਦੀ ਹੋ ਗਈ, ਪੰਗਤਾਂ ਲੱਗ ਗਈਆਂ। ਹੁਣ ਰਾਸ਼ਨ ਤਾਂ ਥੋੜਾ ਬਣਾਇਆ ਹੋਇਆ ਸੀ, ਮਹਾਂਪੁਰਖਾਂ ਦੇ ਹੁਕਮ ਅਨੁਸਾਰ ਕਿਰਪਾਨ ਭੇਟ ਕਰਕੇ ਭੋਜਨ ਛਕਾਉਣਾ ਸ਼ੁਰੂ ਕਰ ਦਿੱਤਾ। ਤੇ ਹੁਣ ਇਹਨਾਂ ਨੂੰ ਕਰਮ ਸਿੰਘ ਹੁਣੀ ਜੋ ਮਹਾਂਪੁਰਖਾਂ ਬਚਨ ਕੀਤਾ ਸੀ, ਮਹਾਂਪੁਰਖਾਂ ਦੇ ਹੁਕਮ ਅਨੁਸਾਰ ਲੰਗਰ ਦੇ ਉੱਤੇ ਸਫੈਦ ਚਾਦਰ ਪਾ ਦਿੱਤੀ ਤੇ ਆਪ ਕੋਲ ਬੈਠ ਕੇ ਸਿਮਰਨ ਕਰਨ ਲੱਗ ਪਏ। 250 ਦੀ ਗਿਣਤੀ ਤਕਰੀਬਨ ਪ੍ਰਸ਼ਾਦਾ ਛਕਣ ਵਾਲਿਆਂ ਦੀ ਸੀ, 10 ਗੁਣਾ ਵੱਧ। ਜਿੰਨਾ ਭੋਜਨ ਤਿਆਰ ਕੀਤਾ ਸੀ 10 ਗੁਣਾ ਵੱਧ ਗਿਣਤੀ ਸੀ ਸੰਗਤ ਦੀ ਛਕਣ ਵਾਲਿਆਂ ਦੀ। ਪਰ ਮਹਾਂਪੁਰਸ਼ਾਂ ਦੇ ਬਚਨਾਂ ਦੀ ਐਸੀ ਕਲਾ ਵਰਤੀ ਬਈ ਭੋਜਨ ਉਸੇ ਤਰ੍ਹਾਂ ਭੰਡਾਰੇ ਭਰੇ ਰਹੇ ਤੇ ਸਾਰੀ ਸੰਗਤ ਨੇ ਲੰਗਰ ਛਕਿਆ। ਸੋ ਇਸ ਤਰ੍ਹਾਂ ਅਨੇਕਾਂ ਹੀ ਸਾਖੀਆਂ ਮਹਾਂਪੁਰਖਾਂ ਦੇ ਜੀਵਨ ਦੀਆਂ ਵਿਚਾਰ ਦੇ ਵਿੱਚ ਆਇਆ ਕਰਦੀਆਂ ਵੀ ਜਿੱਥੇ ਮਹਾਂਪੁਰਖਾਂ ਦਾ ਬਚਨ ਹੋ ਜਾਂਦਾ ਹੈ, ਵਾਕ ਸਿੱਧੀ ਹੁੰਦੀ ਹੈ। ਜੋ ਬਚਨ ਕਰ ਦੇਣ ਅੰਡ ਬਿਨਾਸੀ, ਜੇਰ ਬਿਨਾਸੀ, ਉਤ ਕੁਝ ਸੇਤ ਬਿਨਾਦਾ, ਚਾਰ ਬਿਨਾਸੀ, ਖਟਹਿ ਬਿਨਾਸੀ, ਇੱਕ ਸਾਧ ਬਚਨ ਨਿਹ ਚਲਾਦਾ। ਪਰ ਸਾਧ ਬਣਨਾ ਕੋਈ ਸੌਖੀ ਜਿਹੀ ਗੱਲ ਹੈ? ਹੁਣ ਦੇਖੋ ਨਾ, ਜੇ ਕੋਈ ਡਾਕਟਰ ਬਣਿਆ ਉਹਨੂੰ ਡਾਕਟਰ ਨੂੰ ਪੁੱਛ ਕੇ ਦੇਖੋ ਵੀ ਇਹ ਵਿਦਿਆ ਪੜ੍ਹਦਿਆਂ ਤੈਨੂੰ ਕਿੰਨੀ ਕੁ ਮਿਹਨਤ ਕਰਨੀ ਪਈ ਸੀ, ਤਾਂ ਉਹ ਉਸ ਮਿਹਨਤ ਨੂੰ, ਉਸ ਤਜਰਬੇ ਨੂੰ ਉਹ ਡਾਕਟਰ ਹੀ ਦੱਸ ਸਕਦਾ ਜਿਹਨੇ ਉਹ ਵਿਦਿਆ ਪੜ੍ਹੀ ਹੈ। ਵੀ ਕਿੰਨੀਆਂ ਰਾਤਾਂ ਜਾਗਣੀਆਂ ਪਈਆਂ ਪੜ੍ਹਾਈ ਕਰਨ ਵਾਸਤੇ, ਕਿਸ ਤਰ੍ਹਾਂ ਦੇ ਨਾਲ ਖੇਚਲ ਝੱਲ ਕੇ ਤੇ ਫੇਰ ਇਹ ਸਾਰੀ ਪੜ੍ਹਾਈ ਕੀਤੀ ਹੈ। ਜੇ ਕਿਸੇ ਨੇ ਹੋਰ ਕੋਈ ਉੱਚ ਡਿਗਰੀ ਪ੍ਰਾਪਤ ਕਰੀ ਹੈ ਤਾਂ ਉਹਦੇ ਬਾਰੇ ਉਹੀ ਦੱਸ ਸਕਦਾ ਵੀ ਇਹ ਕੋਈ ਸੌਖੀ ਗੱਲ ਨਹੀਂ ਹੈ। ਜਿੰਨੀਆਂ ਵੀ ਉੱਚ ਡਿਗਰੀਆਂ ਨੇ, ਜਿੰਨੇ ਵੀ ਉੱਚ ਅਹੁਦਿਆਂ ਤੇ ਬਿਰਾਜਮਾਨ ਲੋਕ ਨੇ, ਉਹ ਬਹੁ ਗਿਣਤੀ ਵਿੱਚ ਤੁਹਾਨੂੰ ਮਿਲ ਸਕਦੇ ਆ। ਡਾਕਟਰ ਵੀ ਕਈ ਮਿਲ ਸਕਦੇ ਇੱਕ ਪਿੰਡ, ਇੱਕ ਸ਼ਹਿਰ ਦੇ ਵਿੱਚ। ਹੋਰ ਉੱਚ ਡਿਗਰੀਆਂ ਵਾਲੇ ਵੀ ਕਈ ਮਿਲ ਸਕਦੇ, ਪਰ ਸੰਤ ਨਹੀਂ ਬਹੁਤੇ ਮਿਲ ਸਕਦੇ। ਤੋ ਸੰਤ ਮਹਾਰਾਜ ਹਮੇਸ਼ਾ ਕਿਹਾ ਕਰਦੇ ਸੀ ਵੀ ਸਭ ਤੋਂ ਔਖੀ ਗੱਲ ਸੰਤ ਬਣਨਾ ਹੈ। ਬਾਕੀ ਸਾਰਾ ਕੁਝ ਸੌਖਾ ਹੈ, ਬਾਕੀ ਸਾਰਾ ਕੁਝ ਜਿਉਂਦੇ ਜੀ ਬਣਿਆ ਜਾਂਦਾ, ਸੰਤ ਮਰ ਕੇ ਬਣਿਆ ਜਾਂਦਾ। ਬੇਸ਼ੱਕ ਸੰਸਾਰ ਦੇ ਲੋਕਾਂ ਨੂੰ ਇਹ ਗੱਲ ਬੜੀ ਸੌਖੀ ਜੀ ਲੱਗਦੀ ਹੈ। ਜਿਵੇਂ ਇੱਕ ਮਹਾਂਪੁਰਖਾਂ ਦੀ ਕੁਟੀਆ ਸੀ ਜੰਗਲ ਕਾਂਤ ਦੇ ਵਿੱਚ, ਉਥੋਂ ਦੀ ਨੇੜਿਓਂ ਰਸਤਾ ਲੰਘਦਾ ਸੀ, ਲੋਕੀ ਲੰਘਿਆ ਜਾਇਆ ਕਰਨ। ਨੇੜੇ ਕਿਸੇ ਸ਼ਾਹੂਕਾਰ ਦਾ ਮਕਾਨ ਬਣਦਾ ਸੀ। 4-5 ਮਜ਼ਦੂਰ ਰੋਜ਼ ਉੱਥੋਂ ਲੰਘ ਕੇ ਜਾਂਦੇ ਹੁੰਦੇ ਸੀ ਤੇ ਜਦੋਂ ਉਹਨਾਂ ਨੇ ਲੰਘ ਕੇ ਜਾਣਾ, ਸੰਤਾਂ ਨੇ ਕਈ ਵਾਰੀ ਕੁਟੀਆ ਦੇ ਬਾਹਰ ਟਹਿਲਦੇ ਹੋਣਾ, ਕਈ ਵਾਰੀ ਛੱਤ ਤੇ ਟਹਿਲਦੇ ਹੋਣਾ। ਸੰਤਾਂ ਦੇ ਚਿੱਟਾ ਚੋਲਾ ਪਾਇਆ ਹੋਣਾ, ਚਿੱਟੀ ਦਸਤਾਰ ਵੱਜੀ ਹੋਣੀ, ਹੱਥ ਵਿੱਚ ਮਾਲਾ ਫੜੀ ਹੋਣੀ ਸੰਤਾਂ ਦੇ, ਤੇ ਇਹਨਾਂ ਨੇ ਆਪਸ ਵਿੱਚ ਹੀ ਗੱਲਾਂ ਕਰਦਿਆਂ ਜਾਣਾ। ਸੰਤਾਂ ਨੂੰ ਦੇਖ ਕੇ ਕਹਿਣਾ ਵੀ ਸਾਧਾਂ ਨੂੰ ਮੌਜ ਹੈ, ਇਹਨਾਂ ਨੂੰ ਪੱਕੀ ਪਕਾਈ ਖਾਣ ਨੂੰ ਮਿਲ ਜਾਂਦੀ ਹੈ, ਕੰਮਕਾਰ ਕਰਨ ਨੂੰ ਕੋਈ ਨਹੀਂ, ਇਹਨਾਂ ਨੂੰ ਵਿਹਲੇ ਹੈਗੇ, ਵਿਹਲੇ ਨੇ, ਵਿਹਲੜ ਲੋਕ
ਕਈ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਉਹਨਾਂ ਨੂੰ। ਇੱਕ ਦਿਨ ਬਾਰਿਸ਼ ਦਾ ਮੌਸਮ ਬਣ ਗਿਆ ਤੇ ਦਿਹਾੜੀ ਲਾ ਕੇ ਵਾਪਸ ਮੁੜੇ ਆ ਰਹੇ ਸੀ ਮਜ਼ਦੂਰ, ਤੇ ਜਿਸ ਵੇਲੇ ਸੰਤਾਂ ਦੀ ਕੁਟੀਆਂ ਕੋਲੋਂ ਲੰਘਣ ਲੱਗੇ ਤੇ ਮੀਂਹ ਤੇਜ਼ ਹੋ ਗਿਆ। ਇਹ ਆਸਰਾ ਲੈ ਕੇ ਖੜ ਗਏ ਵੀ ਮੀਂਹ ਹਟੇ ਤੇ ਜਾਵਾਂਗੇ। ਹੁਣ ਸੰਤ ਉੱਪਰ ਚੁਬਾਰੇ ਵਿੱਚ ਬੈਠੇ ਸੀ, ਬਾਰੀ ਖੁੱਲੀ ਸੀ, ਪਰ ਹੁਣ ਇਹਨਾਂ ਮਜ਼ਦੂਰਾਂ ਨੂੰ ਨਹੀਂ ਸੀ ਪਤਾ ਵੀ ਸੰਤ ਉੱਪਰ ਬੈਠੇ ਆ। ਇਹ ਹੁਣ ਆਪਸ ਵਿੱਚ ਹੀ ਹੌਲੀ ਹੌਲੀ ਗੱਲਾਂ ਕਰਦੇ, ਕਹਿੰਦੇ ਸਾਰੀ ਦਿਹਾੜੀ ਹੱਡ ਭੰਨਵੀਂ ਮਿਹਨਤ ਕਰੀ ਐ, ਹੁਣ ਕਿਹੜੇ ਵੇਲੇ ਘਰੇ ਜਾਵਾਂਗੇ, ਮੀਂਹ ਲੱਗ ਪਿਆ, ਜਾ ਕੇ ਭੋਜਨ ਪਾਣੀ ਛਕਾਂਗੇ ਤੇ ਫੇਰ ਕਿਤੇ ਪਤਾ ਨਹੀਂ ਕਿਹੜੀ ਘੜੀ ਆਰਾਮ ਕਰਨ ਨੂੰ ਮਿਲਣੀ ਹੈ। ਭੁੱਖਣ ਭਾਣੇ ਅਸੀਂ ਇੱਥੇ ਖੜੇ ਹਾਂ। ਇੱਕ ਬੋਲਿਆ, ਕਹਿੰਦਾ ਇਹਨਾਂ ਬਾਬਿਆਂ ਨੂੰ ਮੌਜ ਹੈ, ਚਿੱਟੇ ਕੱਪੜੇ ਪਾ ਰੱਖਦੇ ਐ, ਹੱਥ 'ਚ ਮਾਲਾ ਫੜ ਲੈਂਦੇ ਐ, ਰਾਮ 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 ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਐ, ਤੇ ਇਹਨਾਂ ਨੂੰ ਕੋਈ ਮਤਲਬ ਨਹੀਂ, ਚਾਹੇ ਮੀਂਹ ਪਵੇ ਤੇ ਚਾਹੇ ਕੁਛ ਹੋਈ ਜਾਵੇ। ਇਹਨਾਂ ਦੇ ਸੇਵਾਦਾਰ ਪੱਕੀ ਪਕਾਈ ਰੋਟੀ ਲੈ ਆਉਂਦੇ ਐ ਤੇ ਇਹਨਾਂ ਨੂੰ ਕੋਈ ਇਸ ਗੱਲ ਨਾਲ ਤੰਗੀ ਨਹੀਂ ਹੈ, ਇਹਨਾਂ ਨੂੰ ਮੌਜ। ਉਹ ਹੁਣ ਸੰਤ ਉੱਪਰੋਂ ਵਾਰੀ ਵਿੱਚੋਂ ਸੁਣੀ ਜਾਂਦੇ। ਮਹਾਂਪੁਰਖਾਂ ਨੇ ਆਵਾਜ਼ ਮਾਰੀ, ਕਹਿੰਦੇ ਭਾਈ ਆ ਜਾਓ, ਉੱਪਰ ਆ ਜਾਓ। ਉਹਨੇ ਡਰ ਗਏ, ਕਹਿੰਦੇ ਸੰਤਾਂ ਨੇ ਸੁਣ ਲਿਆ ਹੋਣਾ ਵੀ ਹੁਣ ਸਾਡੀ ਸੇਵਾ ਕਰਨਗੇ ਸੰਤ। ਮਹਾਂਪੁਰਖਾਂ ਨੇ ਕੋਲ ਸੱਦ ਲਿਆ, ਕਹਿੰਦੇ ਪ੍ਰੇਮੀਓ ਸਾਡੇ ਦਿਹਾੜੀ ਕਰੋਗੇ? ਕਹਿੰਦੇ ਜੀ ਸ਼ਾਹੂਕਾਰ ਦੇ ਕੰਮ ਨਿਬੜਨ ਵਾਲਾ, ਫਿਰ ਤੁਹਾਡੇ ਵੀ ਆ ਜਾਾਂਗੇ। ਕਹਿੰਦੇ ਨਾ ਭਾਈ, ਸਾਨੂੰ ਤਾਂ ਕੱਲ੍ਹ ਨੂੰ ਹੀ ਲੋੜ ਹੈ, ਕੱਲ੍ਹ ਨੂੰ ਲੋੜ ਹੈ, ਕਰ ਸਕਦੇ ਹੋ? ਕਹਿੰਦੇ ਜੀ ਦਿਹਾੜੀ ਕਿੰਨੀ ਮਿਲੂ? ਕਹਿੰਦੇ ਉੱਥੇ ਕਿੰਨੀ ਮਿਲਦੀ? ਕਹਿੰਦੇ ਇੰਨੇ ਰੁਪਈਏ। ਕਹਿੰਦੇ ਉੱਥੇ ਨਾਲੋਂ ਡਬਲ ਮਿਲੂ, ਦੁੱਗਣੇ ਦਿਆਂਗੇ। ਕਹਿੰਦੇ ਕੰਮ ਭਾਰਾ ਹੋਊ? ਕਹਿੰਦੇ ਕੰਮ ਭਾਰਾ ਨਹੀਂ ਹੈ, ਕੰਮ ਤਾਂ ਬਹੁਤ ਸੌਖਾ ਹੈ, ਕੰਮ ਭਾਰਾ ਨਹੀਂ, ਪੈਸੇ ਡਬਲ, ਕੰਮ ਸੌਖਾ ਤੇ ਸਮਾਂ ਵੀ ਅੱਧਾ। ਉੱਥੇ 8 ਘੰਟੇ 10 ਘੰਟੇ ਲਾਉਂਦੇ ਹੋ, ਸਾਡੇ ਕੋਲੇ 4 ਘੰਟੇ ਲਾ ਦਿਓ, ਬਸ 4 ਘੰਟੇ ਹੀ ਬਹੁਤ ਨੇ। ਕਹਿੰਦੇ ਜੀ ਪੈਸੇ ਡਬਲ, ਸਮਾਂ ਅੱਧਾ, ਇਹ ਤਾਂ ਗੱਲ ਬਹੁਤ ਵਧੀਆ ਹੋ ਗਈ, ਅਸੀਂ ਤਾਂ ਸਵੇਰੇ ਆ ਜਾਾਂਗੇ। ਉਹ ਚਾਰੇ ਮਜ਼ਦੂਰ ਸਵੇਰੇ ਸੰਤਾਂ ਦੇ ਕੋਲੇ ਆ ਗਏ। ਦੱਸੋ ਸੰਤ ਜੀ, ਕਿਤੇ ਇੱਟਾਂ ਚੱਕਣੀਆਂ, ਗਾਰਾ ਢੋਣਾ, ਕੀ ਕਰਨਾ? ਕਹਿੰਦੇ ਨਾ, ਤੁਸੀਂ ਐਂ ਕਰੋ, ਇਸ਼ਨਾਨ ਕਰ ਲਓ ਚਾਰੇ ਜਣੇ। ਕਹਿੰਦੇ ਇਸ਼ਨਾਨ? ਮਿੱਟੀ ਘੱਟੇ ਨਾਲ ਲਿਬੜਨਾ ਪੈਣਾ, ਇਸ਼ਨਾਨ ਬਾਅਦ 'ਚ ਕਰ ਲਾਂਗੇ। ਕਹਿੰਦੇ ਨਾ, ਮਿੱਟੀ ਘੱਟੇ ਵਾਲਾ ਕੰਮ ਹੀ ਨਹੀਂ ਹੈ। ਸੰਤਾਂ ਨੇ 4 ਚੋਲੇ ਚਿੱਟੇ ਉਹਨਾਂ ਵਾਸਤੇ ਕੱਢ ਲਏ, ਇਸ਼ਨਾਨ ਕਰਾ ਕੇ ਚੌਹਾਂ ਦੇ ਚੋਲੇ ਪਵਾਤੇ ਚਿੱਟੇ ਰੰਗ ਦੇ, ਸਫੈਦ ਦਸਤਾਰਾਂ ਬਣਾਤੀਆਂ। ਕਹਿੰਦੇ ਸੰਤ ਜੀ ਕੰਮ ਤਾਂ ਦੱਸੋ, ਕੰਮ ਕੀ ਕਰਨਾ ਹੈ? ਕਹਿੰਦੇ ਕੰਮ ਤਾਂ ਬਹੁਤ ਸੌਖਾ ਹੈ, ਤੁਹਾਡੇ ਲਈ ਤਾਂ ਔਖਾ ਕੰਮ ਹੀ ਨਹੀਂ ਹੈ ਉਹ। ਕਹਿੰਦੇ ਐਂ ਕਰੋ, ਹੁਣ ਇੱਥੇ ਨਾ ਕਮਰੇ ਦੇ ਵਿੱਚ ਬਹਿ ਜਾਓ, ਮੈਂ ਗੱਬੇ ਬਹਿ ਜਾਣਾ ਹੈ, ਤੁਸੀਂ ਚੌਹਾਂ ਖੂੰਜਿਆਂ ਵਿੱਚ ਬਹਿ ਜਾਓ, ਖੂੰਜਿਆਂ ਵੱਲ ਨੂੰ ਮੂੰਹ ਕਰ ਲਓ, ਇੱਕ ਦੂਜੇ ਵੱਲ ਵੇਖਣਾ ਨਹੀਂ। ਆਹ 4 ਮਾਲਾ ਫੜ ਲਓ, ਇੱਕ ਇੱਕ ਮਾਲਾ ਦੇਤੀ ਚੌਹਾਂ ਨੂੰ। ਕਹਿੰਦੇ ਹੁਣ ਖੂੰਜਿਆਂ ਵੱਲ ਨੂੰ ਮੂੰਹ ਕਰਕੇ ਰਾਮ 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 ਰਾਮ, ਜਾਂ ਜਿਹਨੂੰ ਵੀ ਮੰਨਦੇ ਹੋ ਉਹਦਾ ਨਾਮ ਲਈ ਜਾਣਾ ਹੈ, ਮਾਲਾ ਫੇਰੀ ਜਾਣੀ ਹੈ, ਖੂੰਜਿਆਂ ਵੱਲ ਨੂੰ ਮੂੰਹ ਕਰ ਲਓ। ਇੱਕ ਦੂਜੇ ਨੂੰ ਬੁਲਾ ਨਹੀਂ ਸਕਦੇ, ਇੱਕ ਦੂਜੇ ਵੱਲ ਦੇਖ ਨਹੀਂ ਸਕਦੇ, ਕੋਈ ਇਸ਼ਾਰਾ ਨਹੀਂ ਕਰ ਸਕਦੇ। ਮੈਂ ਗੱਬੇ ਬੈਠਾ ਖੁੰਡਾ ਲੈ ਕੇ, ਜਿਹਨੇ ਧੌਣ ਘਮਾਈ, ਜਿਹੜਾ ਮਾੜਾ ਜਿਹਾ ਹਿੱਲਿਆ ਉਹਦੇ ਲੱਕ ਵਿੱਚ ਖੁੰਡਾ ਪੈ ਜਾਣਾ, ਹਿੱਲਣਾ ਨਹੀਂ ਹੈ ਭਾਈ। ਕਹਿੰਦੇ ਸੰਤ ਜੀ ਇਹ ਕੀ ਗੱਲ ਹੋ ਗਈ, ਇਹ ਕੀ ਖੇਡ ਵਰਤੀ? ਤੇ ਉਸ ਵੇਲੇ ਮਹਾਂਪੁਰਖ ਹੁਣ ਗੱਬੇ ਬਹਿ ਗਏ ਤੇ ਬਾਕੀ ਉਹ ਚਾਰੇ ਮਜ਼ਦੂਰ ਖੂੰਜਿਆਂ ਵਿੱਚ ਬਹਿ ਗਏ। 10 ਮਿੰਟ ਬੀਤੇ, 20 ਮਿੰਟ ਬੀਤੇ, ਅੱਧਾ ਘੰਟਾ ਬੀਤ ਗਿਆ। ਬੜੇ ਔਖੇ ਹੋ ਗਏ ਉਹ ਤਾਂ, ਹੌਲੀ ਹੌਲੀ ਚੋਰੀ ਦੇਣੇ, ਇੱਕ ਦੂਏ ਵੱਲ ਨੂੰ ਝਾਕਣ ਲੱਗਦੇ। ਸੰਤ ਦਬਕਾ ਮਾਰ ਦਿੰਦੇ। 1.5 ਘੰਟਾ ਔਖਿਆਂ ਸਖਾਲਿਆਂ ਕੱਟਿਆ। ਇੱਕ ਉਹਨਾਂ ਵਿੱਚ ਉੱਠ ਕੇ ਆ ਗਿਆ, ਕਹਿੰਦਾ ਮਹਾਰਾਜ ਇਹ ਤਾਂ ਕੰਮ ਬਹੁਤ ਔਖਾ ਹੈ, ਇੱਟਾਂ ਢੋਣੀਆਂ ਤਾਂ ਸੌਖੀਆਂ ਨੇ,
ਗਾਰਾ ਢੋਣਾ ਸੌਖਾ ਹੈ, ਆਹ ਕੰਮ ਸਾਥੋਂ ਨਹੀਂ ਹੋਣਾ, ਇਹ ਤਾਂ ਤੁਸੀਂ ਵੀ ਕਰ ਸਕਦੇ ਹੋ। ਦੂਜਾ ਵੀ ਉੱਠ ਪਿਆ, ਤੀਜਾ ਵੀ ਉੱਠ ਪਿਆ, ਚੌਥਾ ਵੀ, ਚਾਰੇ ਜਣੇ ਆ ਗਏ। ਚੌਹਾਂ ਜਣਿਆਂ ਨੇ ਸੰਤਾਂ ਦੇ ਮੂਹਰੇ ਆਪਦੀਆਂ ਮਾਲਾ ਲਿਆ ਰੱਖੀਆਂ। ਮਹਾਂਪੁਰ ਕਹਿੰਦੇ, ਪ੍ਰੇਮੀਓ, ਤੁਸੀਂ ਤਾਂ ਕਹਿੰਦੇ ਸੀ ਵੀ ਸਾਧਾਂ ਵਾਲਾ ਕੰਮ ਸੌਖਾ ਹੀ ਬੜਾ ਹੈ, ਤੁਸੀਂ ਤਾਂ ਕਹਿੰਦੇ ਸੀ ਵੀ ਸੰਤ ਸਖਾਲੇ ਹੀ ਬੜੇ ਐ, ਤਾਂ ਹੁਣ ਕਹਿੰਦੇ ਹੋ ਵੀ ਔਖਾ ਕੰਮ ਹੈ ਇਹ ਕੀ ਗੱਲ ਹੋਈ? ਕਹਿੰਦੇ, ਮਹਾਰਾਜ ਪਹਿਲਾਂ ਅਸੀਂ ਕਰਕੇ ਨਹੀਂ ਸੀ ਦੇਖਿਆ ਕੰਮ, ਇਹ ਹੁਣ ਕਰਕੇ ਦੇਖ ਲਿਆ, ਤਾਂ ਹੁਣ ਕਹਿੰਦੇ ਵੀ ਇਹ ਤਾਂ ਕੰਮ ਬਹੁਤ ਔਖਾ ਹੈ, ਇਹ ਔਖਾ ਕੰਮ ਹੈ। ਸੋ ਇਹ ਔਖਾ ਕੰਮ ਹਰ ਇੱਕ ਨਹੀਂ ਕਰ ਸਕਦਾ। ਦ੍ਰਿੜਤਾ ਦੇ ਨਾਲ, ਹਿਰਦੇ ਦੀ ਪਰਪੱਕਤਾ ਦੇ ਨਾਲ ਜਿਹੜਾ ਤੁਰ ਪੈਂਦਾ ਹੈ, ਗੁਰੂ ਦੀ ਬਖਸ਼ਿਸ਼, ਗੁਰੂ ਦੀ ਰਹਿਮਤ ਜਿਹਦੇ ਤੇ ਵਰਤ ਜਾਂਦੀ ਹੈ, ਉਹੋ ਹੀ ਇਸ ਕੰਮ ਨੂੰ ਕਰ ਸਕਦਾ ਹੈ। ਸੋ ਆਓ ਇਤਨੀ ਕੁ ਹਾਜ਼ਰੀ ਸਮਾਂ ਪ੍ਰਵਾਨ ਕਰਨਾ ਜੀ। ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਣੀ। ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰਿਓ, ਅੱਗੇ ਤੋਂ ਵੀ ਸੋਝੀ ਆਵੇ, ਇਸੇ ਤਰ੍ਹਾਂ ਮਹਾਰਾਜ ਦੇ ਚਰਨਾਂ ਨਾਲ ਪ੍ਰੀਤ ਬਣੀ ਰਹੇ। ਆਓ ਜਿੰਨੇ ਕੁ ਮਿੰਟ ਰਹਿੰਦੇ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਸਿਮਰਨ ਦੇ ਨਾਲ ਜੁੜੀਏ, ਫਿਰ ਸਮਾਪਤੀ ਕਰੀਏ। ਵਾਹਿਗੁਰੂ ਸ਼ਲੋਕ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ, ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ,
ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।